ਸਾਹਿਬਜ਼ਾਦਾ ਬੋਲਦਾ ਵੀ ਨਹੀਂ ਹੈ। ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਜਾ ਕਰਕੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਵਾਓ। ਫਿਰ ਸਾਧ ਸੰਗਤ ਜੀ ਭਾਈ ਮਹਾਦੇਵ ਪਤਾ ਲੈਣ ਵਾਸਤੇ ਆਏ ਨੇ। ਫਿਰ ਉਸ ਤੋਂ ਬਾਅਦ ਜਿਹੜਾ ਭਾਈ ਪ੍ਰਿਥੀ ਚੰਦ ਹੈ ਉਹ ਵੀ ਪਤਾ ਲੈਣ ਆਉਂਦਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸੁਭਾਅ ਬੜਾ ਨਰਮ ਹੈ। ਵੱਡਾ ਭਰਾਤਾ ਜਾਣ ਕੇ ਅਦਬ ਵੀ ਕੀਤਾ, ਸਤਿਕਾਰ ਵੀ ਕੀਤਾ। ਅੰਦਰੋਂ ਬੜਾ ਖੁਸ਼ ਹੈ ਕਿ ਨਿਗਾਹ ਵੀ ਖਤਮ ਹੋ ਜਾਣੀ ਹੈ, ਇਹਦੀ ਮੌਤ ਹੋ ਜਾਣੀ ਹੈ, ਮੇਰਾ ਪੁੱਤਰ ਤਖਤ ਤੇ ਬੈਠੇਗਾ। ਸੱਚੇ ਪਾਤਸ਼ਾਹ ਨੂੰ ਸਾਹਿਬਜ਼ਾਦੇ ਬਾਰੇ ਪੁੱਛਦਾ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਦੀ ਕਿਰਪਾ ਅੱਗੇ ਨੂੰ ਠੀਕ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਗੁਰੂ ਹਰਗੋਬਿੰਦ ਮਹਾਰਾਜ ਨਵੇਂ ਨਰੋਏ ਹੋ ਗਏ। ਉੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਉਚਾਰਿਆ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਸਾਹਿਬਜ਼ਾਦੇ ਵੱਡੇ ਹੋ ਰਹੇ ਨੇ ਤੇ ਦੂਸਰੇ ਪਾਸੇ ਪ੍ਰਿਥੀ ਚੰਦ ਚਿੱਠੀਆਂ ਲਿਖ ਕੇ ਚੰਦੂ ਨੂੰ ਭੇਜ ਰਿਹਾ ਹੈ, ਕਿਉਂਕਿ ਉਸਨੇ ਨਾਤਾ ਭੇਜਿਆ ਸੀ, ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਪਹਿਲਾਂ ਸਾਧ ਸੰਗਤ ਜੀ ਜਿਹੜਾ ਸੁਲਭੀ ਹੈ ਉਹ ਚੜ੍ਹ ਕੇ ਆਉਂਦਾ ਹੈ। ਗੁਰੂ ਕੇ ਸਿੱਖਾਂ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿ ਦਿੱਲੀ ਦੀ ਧਰਤੀ ਤੋਂ ਸੁਲਭੀ ਖਾਨ ਚੜ੍ਹ ਕੇ ਆ ਰਿਹਾ ਹੈ। ਫਿਰ ਸੁਲਹੀ ਖਾਨ ਆਉਂਦਾ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਇਹ ਸਾਰੇ ਸਿੱਖ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸਲਾਹ ਦਿਓ ਕਿ ਕੀ ਕਰਨਾ ਹੈ। ਕੋਈ ਸਿੱਖ ਕਹਿੰਦਾ ਮਹਾਰਾਜ ਆਪਾਂ ਬਾਦਸ਼ਾਹ ਨੂੰ ਚਿੱਠੀ ਲਿਖੀਏ, ਕੋਈ ਕਹਿੰਦੇ ਮਹਾਰਾਜ ਆਪਾਂ ਸਮਝੌਤਾ ਕਰੀਏ। ਗਰੀਬ ਨਵਾਜ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੁਹੀਂ ਤੇ ਆਇਆ। ਮੈਨੂੰ ਉਸ ਅਕਾਲ ਪੁਰਖ ਦੀ ਟੇਕ ਹੈ, ਪਰਮਾਤਮਾ ਤੇ ਵਿਸ਼ਵਾਸ ਹੈ, ਭਰੋਸਾ ਹੈ। ਫਿਰ ਸਾਧ ਸੰਗਤ ਜੀ ਜਿਹੜਾ ਸੁਲਹੀ ਹੈ ਉਹ ਜਦੋਂ ਨੇੜੇ ਆਉਂਦਾ ਹੈ ਤੇ ਪੱਠੇ ਦੇ ਉੱਪਰ ਚੜ੍ਹ ਜਾਂਦਾ ਹੈ, ਅੱਗ ਵਿੱਚ ਸੜ ਕੇ ਉਹਦੀ ਮੌਤ ਹੋ ਜਾਂਦੀ ਹੈ। ਉੱਥੇ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸ਼ਲੋਕ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਆ ਮੂਆ ਨਾਪਾਕ। ਇਸਲਾਮ ਧਰਮ ਦੇ ਵਿੱਚ ਪ੍ਰਾਣੀ ਦਾ ਸੰਸਕਾਰ ਨਹੀਂ ਕਰਦੇ, ਮਿੱਟੀ ਦੇ ਵਿੱਚ ਦਫਨਾਉਂਦੇ ਹਨ ਟੋਆ ਪੁੱਟ ਕੇ। ਤੇ ਜਿਹੜਾ ਅੱਗ ਦੇ ਨਾਲ ਸਰੀਰ ਸੜ ਜਾਵੇ ਉਸ ਨੂੰ ਨਾਪਾਕ ਅਪਵਿੱਤਰ ਮੰਨਦੇ ਹਨ, ਸ਼ੁੱਧ ਨਹੀਂ ਮੰਨਦੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡੀ ਰੱਖਿਆ ਨਾਰਾਇਣ ਪਰਮੇਸ਼ਰ ਨੇ ਕੀਤੀ ਹੈ, ਜੋ ਸਭ ਖਲਕਤ ਦੀ ਰੱਖਿਆ ਕਰਨ ਵਾਲਾ ਹੈ। ਇੱਥੇ ਵੀ ਹੁਣ ਚੰਦੂ ਦਾ ਕੋਈ ਦਾਰ ਨਹੀਂ ਚੱਲਿਆ। ਸਮਾਂ ਆਉਂਦਾ ਹੈ ਜਹਾਂਗੀਰ ਬਾਦਸ਼ਾਹ ਆਪਣੇ ਹੀ ਪੁੱਤਰ ਖੁਸਰੋ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਇਹ ਢੰਡੋਰਾ ਪਟਵਾਉਂਦਾ ਹੈ ਕਿ ਮੇਰੇ ਦੇਸ਼ ਦੇ ਅੰਦਰ ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਵੱਡਾ ਹੈ, ਚਾਹੇ ਕੋਈ ਛੋਟਾ ਹੈ, ਮੇਰੇ ਪੁੱਤਰ ਨੂੰ ਮੂੰਹ ਨਾ ਲਾਵੇ, ਕੋਈ ਪਨਾਹ ਨਾ ਦੇਵੇ, ਕੋਈ ਸਹਾਇਤਾ ਨਾ ਕਰੇ। ਖੁਸਰੋ ਤੁਰ ਪੈਂਦਾ ਹੈ ਦਿੱਲੀ ਦੀ ਧਰਤੀ ਤੋਂ। ਕੁਝ ਕੁ ਨਾਲ ਇਹਦੇ ਸੇਵਾਦਾਰ ਹਨ। ਇਹ ਤੁਰਦਾ ਤੁਰਦਾ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਤੇ ਪਹੁੰਚ ਜਾਂਦਾ ਹੈ। ਗੁਰੂ ਕੇ ਸਿੱਖਾਂ ਨੂੰ ਪੁੱਛਦਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਨੇ, ਕਿੱਥੇ ਹੋਣਗੇ। ਉਸ ਵਕਤ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹਨ। ਖੁਸਰੋ ਵੀ ਉੱਥੇ ਪਹੁੰਚ ਜਾਂਦਾ ਹੈ, ਜਾ ਕੇ ਡੇਰੇ ਲਾਉਂਦਾ ਹੈ
ਤੇ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ, ਮੱਥਾ ਟੇਕਦਾ ਹੈ। ਮਹਾਰਾਜ, ਮੈਨੂੰ ਮੇਰੇ ਪਿਤਾ ਨੇ ਦੇਸ਼ ਨਿਕਾਲਾ ਦਿੱਤਾ ਹੈ ਤੇ ਮਹਾਰਾਜ ਮੈਂ ਹੁਣ ਬੜਾ ਗਰੀਬ ਹੋ ਗਿਆ, ਕੰਗਾਲ ਹੋ ਗਿਆ ਹਾਂ। ਜੋ ਵੀ ਘਰਵਾਲੀ ਦੇ ਗਹਿਣੇ ਸਨ ਉਹ ਵੇਚ ਦਿੱਤੇ ਹਨ ਤੇ ਗੁਜ਼ਾਰਾ ਬੜਾ ਔਖਾ ਚੱਲਦਾ ਹੈ ਤੇ ਮੈਂ ਲਹਿੰਦੇ ਵਾਲੇ ਪਾਸੇ ਜਾ ਰਿਹਾ ਹਾਂ, ਕਿਤੇ ਜਾ ਕੇ ਪੜਾਅ ਕਰਾਂਗਾ। ਕਿਉਂਕਿ ਉਦੋਂ ਪਾਕਿਸਤਾਨ ਨਹੀਂ ਸੀ ਬਣਿਆ, ਅਫਗਾਨਿਸਤਾਨ ਨਹੀਂ ਸੀ ਬਣਿਆ, ਬੰਗਲਾਦੇਸ਼ ਨਹੀਂ ਸੀ ਬਣਿਆ, ਤੇ ਬਹੁਤ ਵੱਡਾ ਇਲਾਕਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਭਾਮੀ ਸੰਦਾ। ਜਿਤੇ ਸ਼ਰਨ ਜੈ ਹੈ ਤਿਤਿਉ ਰਾਖ ਲੈ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਕੇ ਲੰਗਰਾਂ ਦੇ ਵਿੱਚੋਂ ਲੰਗਰ ਪਾਣੀ ਛਕੋ, ਇੱਥੇ ਰਹੋ। ਕੁਝ ਦਿਨ ਸਾਧ ਸੰਗਤ ਜੀ, ਜਿਹੜਾ ਖੁਸਰੋ ਹੈ ਇਹ ਬਾਦਸ਼ਾਹ ਜਹਾਂਗੀਰ ਦਾ ਸੁਪੁੱਤਰ ਹੈ। ਤਰਨ ਤਾਰਨ ਸਾਹਿਬ ਦੀ ਧਰਤੀ ਤੇ ਕੁਝ ਦਿਨ ਰੁਕਦਾ ਹੈ, ਲੰਗਰਾਂ ਦੇ ਵਿੱਚੋਂ ਲੰਗਰ ਪਾਣੀ ਛਕਦਾ ਹੈ। ਫਿਰ ਬੇਨਤੀ ਕਰਦਾ ਹੈ, ਮਹਾਰਾਜ ਮੈਨੂੰ ਆਗਿਆ ਦਿਓ ਤੇ ਮੇਰੀ ਕੁਝ ਮਦਦ ਕਰੋ। ਉਹਨਾਂ ਸਮਿਆਂ ਅੰਦਰ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ 5000 ਰੁਪਈਆ ਦੀ ਇਹਦੀ ਸਹਾਇਤਾ ਕੀਤੀ। ਚੰਦੂ ਦਾ ਇੱਕ ਕੋਈ ਮੁਰੀਦ ਸੀ, ਚੇਲਾ ਸੀ, ਉਹਨੇ ਸਾਰੀ ਵਾਰਤਾ ਵੇਖੀ ਤੇ ਚੰਦੂ ਦੇ ਪਾਸ ਦਿੱਲੀ ਪਹੁੰਚ ਜਾਂਦਾ ਹੈ ਕਿ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਬਹੁਤ ਸਹਾਇਤਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ। ਚੰਦੂ ਕਹਿਣ ਲੱਗਾ ਕਿ ਹੁਣ ਵੇਖਾਂਗਾ ਮੈਂ, ਉਹ ਫਕੀਰਾਂ ਦੀ ਗੱਦੀ ਹੈ ਤੇ ਮੈਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹਾਂ। ਜਿੱਥੋਂ ਤੱਕ ਬਾਦਸ਼ਾਹ ਦਾ ਹੁਕਮ ਚੱਲਦਾ ਹੈ ਉੱਥੋਂ ਤੱਕ ਮੇਰੀ ਵੀ ਪਹੁੰਚ ਹੈ। ਬਾਦਸ਼ਾਹ ਜਹਾਂਗੀਰ ਦੇ ਪਾਸ ਜਾਂਦਾ ਹੈ, ਜਾ ਕਰਕੇ ਬਾਦਸ਼ਾਹ ਨੂੰ ਸਲਾਮ ਕਰਦਾ ਹੈ। ਬਾਦਸ਼ਾਹ ਜੀ, ਆਪ ਜੀ ਦੇ ਪੁੱਤਰ ਨੂੰ ਆਪ ਜੀ ਨੇ ਦੇਸ਼ ਨਿਕਾਲਾ ਦਿੱਤਾ ਹੈ। ਉਸ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ। ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਜਿਹੜੇ ਪੀਰ ਹਨ, ਉਹਨੇ ਇਹ ਵੀ ਗੱਲ ਕਹੀ ਕਿ ਉਹਨੇ ਬੜੇ ਧਾਵੜੀ ਰੱਖੇ ਨੇ, ਬੜੇ ਚੋਰ ਰੱਖੇ ਨੇ। ਸਮਾਂ ਆਵੇਗਾ ਤੁਹਾਡੇ ਰਾਜ ਨੂੰ ਖਤਰਾ ਵੀ ਹੋ ਸਕਦਾ ਹੈ। ਖਤਰਾ ਕੋਈ ਨਹੀਂ ਹੈ, ਖਤਰਾ ਕੇਵਲ ਚੰਦੂ ਦੀ ਈਰਖਾ ਹੈ ਕਿ ਮੇਰੇ ਧੀ ਦਾ ਜਿਹੜਾ ਨਾਤਾ ਹੈ, ਰਿਸ਼ਤਾ ਹੈ, ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਹੈ। ਕਈ ਕਾਰਨ ਮਹਾਰਾਜ ਜੀ ਦੇ ਸ਼ਹੀਦੀ ਦੇ ਬਣਦੇ ਨੇ। ਇੱਕ ਕਾਰਨ, ਜਦੋਂ ਮਹਾਰਾਜ ਸਾਹਿਬ ਬਾਣੀ ਲਿਖਾ ਰਹੇ ਸਨ, ਭਾਈ ਗੁਰਦਾਸ ਲਿਖਾਰੀ ਸਨ, ਉਦੋਂ ਭਗਤਾਂ ਦੀ ਬਾਣੀ ਸ਼ੁਰੂ ਕੀਤੀ ਤੇ ਲਾਹੌਰ ਦੀ ਧਰਤੀ ਤੇ ਪਤਾ ਲੱਗਾ ਕਾਨੇ ਨੂੰ, ਪੀਲੂ ਨੂੰ, ਸ਼ਾਹ ਹੁਸੈਨ ਨੂੰ, ਇਹ 4 ਭਗਤ ਸਨ। ਜਿਹੜਾ ਕਾਨਾ ਸੀ ਇਹਦੀ ਉਮਰ ਸੀ 500 ਸਾਲ ਦੀ, ਇਹ ਯੋਗ ਸਾਧਨਾ ਕਰਦਾ ਹੈ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਭਗਤਾਂ ਦੀ ਬਾਣੀ, ਫਿਰ ਉਹਨਾਂ ਭਗਤਾਂ ਦੀ ਬਾਣੀ ਜਿਹੜੇ ਸਰੀਰ ਕਰਕੇ ਦੁਨੀਆ ਤੇ ਨਹੀਂ ਹਨ, ਕਹਿਣ ਲੱਗੇ ਦੁਨੀਆ ਦੇ ਲੋਕ ਸਾਡੀ ਪੂਜਾ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਸੱਦਿਆ ਨਹੀਂ, ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਈ ਨਹੀਂ। ਇਹ ਚਾਰੇ ਇਕੱਠੇ ਹੋ ਕੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਮਹਾਰਾਜ ਜੀ ਨੂੰ ਆਣ ਕੇ ਕਹਿੰਦੇ ਨੇ, ਦੁਨੀਆ ਦੇ ਲੋਕ ਸਾਡੀ ਪੂਜਾ ਕਰਦੇ ਨੇ, ਅਸੀਂ ਮੰਨੇ ਪ੍ਰਮੰਨੇ ਭਗਤ ਹਾਂ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਲੰਗਰ ਪਾਣੀ ਛਕੋ, ਆਰਾਮ ਕਰੋ, ਅੰਮ੍ਰਿਤ ਵੇਲੇ ਸਾਡੇ ਪਾਸ ਆਇਓ, ਆਪਣੀ ਬਾਣੀ ਸੁਣਾਇਓ। ਚਲੇ ਜਾਂਦੇ, ਲੰਗਰਾਂ ਦੇ ਵਿੱਚੋਂ ਗੱਫਾ ਪਾਣੀ ਛਕ ਕੇ ਆਰਾਮ ਕਰਦੇ। ਸਵੇਰ ਹੁੰਦੀ ਹੈ ਤੇ ਸਾਧ ਸੰਗਤ ਜੀ ਬਾਣੀ ਸੁਣਾਉਣ ਆਉਂਦੇ ਨੇ। ਸਭ ਤੋਂ ਪਹਿਲਾਂ ਜਿਹੜਾ ਕਾਨਾ ਹੈ, ਮਹਾਰਾਜ ਕਹਿੰਦੇ ਤੂੰ ਆਪਣੀ ਬਾਣੀ ਸੁਣਾ। ਕਹਿਣ ਲੱਗਾ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਖੋਜੈ, ਖੋਜਤ ਖੋਜ ਨਾ ਕੋਈ ਰੇ।
ब्रह्मा विष्णु महेश आराध्य है, सब कर दे जाकी सेवा रे। कह कान्हा मम अस रूप है, अपरंपर लख अपे बारे। ਮਹਾਰਾਜ ਕਹਿੰਦੇ ਕਾਨਿਆ ਤੈਨੂੰ ਗਿਆਨ ਹੈ, ਪਰ ਤੇਰੀ ਬਾਣੀ ਦੇ ਵਿੱਚ ਹੰਕਾਰ ਹੈ। ਅਸੀਂ ਸਿੱਖਾਂ ਦੇ ਵਿੱਚ ਨਿਮਰਤਾ, ਪ੍ਰੇਮ, ਭਾਵਨਾ, ਸ਼ਰਧਾ ਪੈਦਾ ਕਰਨੀ ਹੈ, ਹੰਕਾਰ ਨਹੀਂ। ਕਿਉਂਕਿ ਇਹਦੇ ਪਾਸ ਯੋਗ ਵਿਦਿਆ ਹੈ ਤੇ ਇਹਦੀ ਬਾਣੀ ਨੂੰ ਪ੍ਰਵਾਨ ਨਹੀਂ ਕੀਤਾ। ਇਹ ਕੌਣ ਹੈ? ਇਹ ਚੰਦੂ ਦੇ ਤਾਏ ਦਾ ਪੁੱਤਰ ਹੈ। ਇੱਕ ਸ਼ਹੀਦੀ ਦਾ ਵੀ ਕਾਰਨ ਬਣਦਾ ਹੈ। ਰਹੋ ਵਿਚਾਰ। ਜਹਾਂਗੀਰ ਬਾਦਸ਼ਾਹ ਦੇ ਕੋਲ ਹੈ। ਬਾਦਸ਼ਾਹ ਜੀ, ਤੁਹਾਡੇ ਪੁੱਤਰ ਨੂੰ ਪਨਾਹ ਦਿੱਤੀ ਹੈ। ਇਹ ਵੀ ਨਾਲ ਕਹਿ ਦਿੱਤਾ ਕਿ ਉਹਨਾਂ ਨੇ ਵਚਨ ਕਹੇ ਕਿ ਮੈਨੂੰ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ ਹੈ। ਉਹਦੀ ਮਾਇਆ ਕਰਕੇ ਵੀ ਮਦਦ ਕੀਤੀ ਹੈ। ਜੇਕਰ ਕਿ ਆਪ ਜੀ ਨੇ ਕੁਝ ਕਿਹਾ ਨਹੀਂ ਤੇ ਤੁਹਾਡੇ ਰਾਜ ਨੂੰ ਖਤਰਾ ਵੀ ਹੋ ਸਕਦਾ ਹੈ। ਉਸ ਵਕਤ ਬਾਦਸ਼ਾਹ ਦੇ ਪਾਸੋਂ ਕਵਾ ਕਰਕੇ ਨੇ ਚਿੱਠੀ ਵੀ ਆਪ ਲਿਖੀ ਹੈ। ਉਹ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਸਾਨੂੰ 2 ਲੱਖ ਰੁਪਈਆ ਦਿਓ। ਆਪ ਜੀ ਨੇ ਬਾਦਸ਼ਾਹ ਦੇ ਪੁੱਤਰ ਦੀ ਸਹਾਇਤਾ ਕੀਤੀ ਹੈ। ਫਿਰ ਬੜੇ ਕਬੋਲ ਬਚਨ ਜੋ ਆਪਾਂ ਜੀਭਾਂ ਤੋਂ ਕਹਿ ਨਹੀਂ ਸਕਦੇ। ਜਿਹੜਾ ਇੱਕ ਐਦੀ ਹੈ ਚਿੱਠੀ ਲੈ ਕੇ ਆਉਂਦਾ ਹੈ, ਉਸ ਨੂੰ ਕਹਿੰਦਾ ਹੈ ਕਿ ਤੂੰ ਪਰਵਾਹ ਨਹੀਂ ਕਰਨੀ, ਕਬੂਲ ਬਚਨ ਕਰਨੇ ਨੇ, ਸਤਿਕਾਰ ਨਹੀਂ ਕਰਨਾ। ਜਦੋਂ ਸਾਧ ਸੰਗਤ ਜੀ ਐਦੀ ਚੱਲ ਕੇ ਆਉਂਦਾ ਹੈ, ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਚਿੱਠੀ ਜਿਹੜੀ ਹੈ ਖੋਲਦਾ ਨਹੀਂ, ਮੱਥਾ ਟੇਕ ਕੇ ਸੱਚੇ ਪਾਤਸ਼ਾਹ ਦੇ ਸਨਮੁਖ ਬੈਠ ਜਾਂਦਾ ਹੈ। ਮੇਵੜਾ ਸਿੱਖ ਹੈ, ਮਹਾਰਾਜ ਉਹਦੇ ਪਾਸੋਂ ਚਿੱਠੀ ਪੜ੍ਹਾਉਂਦੇ ਨੇ। ਫਿਰ ਕਹਿਣ ਲੱਗਾ, ਸੱਚੇ ਪਾਤਸ਼ਾਹ ਸਾਰੀ ਵਾਰਤਾ ਚੰਦੂ ਦੀ ਹੈ, ਤੁਹਾਡੇ ਨਾਲ ਆਪ ਜੀ ਨਾਲ ਬੜੀ ਈਰਖਾ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੂੰ ਜਾ, ਅਸੀਂ ਆਪਣੀ ਮਰਜ਼ੀ ਦੇ ਨਾਲ ਲਾਹੌਰ ਦੀ ਧਰਤੀ ਤੇ ਆਵਾਂਗੇ, ਉੱਥੇ ਆਣ ਕੇ ਸਾਰਾ ਹਿਸਾਬ ਕਿਤਾਬ ਕਰਾਂਗੇ। ਇਹ ਸਾਧ ਸੰਗਤ ਜੀ ਐਦੀ ਜਿਹੜਾ ਹੈ ਚਲਾ ਜਾਂਦਾ ਹੈ। ਹੁਣ ਕਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ ਤੇ ਜਾਣਗੇ, ਇਹ ਆਪਾਂ ਅਗਲੇ ਦੀਵਾਨਾਂ ਅੰਦਰ ਵਿਚਾਰਾਂਗੇ। ਜੋ ਲੜੀਵਾਰ ਕਥਾ ਹੈ ਉਸ ਦੀ ਵਿਚਾਰ ਕਰੀਏ। ਆਸਾ ਰਾਗ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ। ਤੇ ਗਰੀਬ ਨਵਾਜ ਕਹਿੰਦੇ, ਭਾਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਮਿੱਟੀ ਤਿਆਸ ਅਗਿਆਨ ਅੰਧੇਰ, ਅਗਿਆਨਤਾ ਦਾ ਅੰਧੇਰਾ ਉਹਨਾਂ ਦਾ ਖਤਮ ਹੋ ਜਾਂਦਾ ਹੈ। ਤਮਾਮ ਜਿਹੜੀ ਪਿਆਸ ਹੈ ਪਦਾਰਥਾਂ ਦੀ, ਰਾਜ ਭਾਗ ਦੀ, ਇਹ ਸਾਰੀਆਂ ਪਿਆਸਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਹਨ। ਮਿਟੀ ਤਿਆਸ ਅਗਿਆਨ ਅੰਧੇਰੇ, ਤਮਾਮ ਜਿਹੜੀ ਇਤਿਹਾਸ ਹੈ ਖਤਮ ਹੋ ਜਾਂਦੀ ਹੈ। ਅਗਿਆਨਤਾ ਦਾ ਜਿਹੜਾ ਪਰਦਾ ਹੈ ਉਹ ਵੀ ਖਤਮ ਹੋ ਜਾਂਦਾ ਹੈ। ਅਗਿਆਨ ਜਿਹੜਾ ਹੈ ਖਤਮ ਹੋ ਜਾਂਦਾ ਹੈ। ਜਹ ਗਿਆਨ ਪ੍ਰਗਾਸ਼ ਅਗਿਆਨ ਮਿਟੰਤ, ਗੁਰੂ ਦੀ ਕਿਰਪਾ ਦੇ ਨਾਲ ਧੁੰਦਵਾਦ ਖਤਮ, ਅਗਿਆਨ ਖਤਮ ਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਧ ਸੇਵਾ ਅਗ ਕਟੇ ਕਨੇਰੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਜਿਹੜੇ ਸਾਧੂ ਨੇ, ਮਹਾਤਮਾ ਨੇ ਭਾਈ, ਉਹਨਾਂ ਦੀ ਸੇਵਾ ਕਰਿਆ ਕਰੋ। ਉਹਨਾਂ ਦੀ ਸੇਵਾ ਕਰਕੇ ਵੱਡੇ ਵੱਡੇ ਜਿਹੜੇ ਪਾਪ ਹਨ ਉਹ ਕੱਟੇ ਜਾਂਦੇ ਹਨ। ਸੋਢੀ ਸੁਲਤਾਨ ਗਰੀਬ ਨਵਾਜ ਜੀ ਦੇ ਚਰਨਾਂ ਅੰਦਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਇਹੋ ਜਿਹਾ ਉਪਦੇਸ਼ ਦਿਓ, ਸਿੱਖਿਆ ਦਿਓ, ਜਿਸ ਨੂੰ ਮਹਾਰਾਜ ਅਸੀਂ ਸੁਣ ਕਰਕੇ, ਕਮਾ ਕਰਕੇ ਜੀਵਨ ਨੂੰ ਸਫਲ ਕਰ ਸਕੀਏ। ਗਰੀਬ ਨਵਾਜ ਕਹਿੰਦੇ, ਗੁਰਸਿੱਖੋ, ਮਨ ਤੇ ਅਰ ਮੁਖ ਤੇ ਸਦਾ ਲਿਵ ਨਾਮ ਲਗਾਵੈ, ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਿਝਾਵੈ, ਸੋ ਮਨ ਪਿਆਰੋ ਅਦਕ ਹੈ ਬਸ ਰਹੋ ਸਦੀਵਾ, ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾ। ਮੇਰਾ ਸਿੱਖ ਮਨ ਕਰਕੇ, ਮੁਖ ਕਰਕੇ,
ਬਿਰਤੀ ਨੂੰ ਨਾਮ ਅੰਦਰ ਜੋੜ ਕੇ ਰੱਖੇ। ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਿਝਾਵੈ। ਹੱਥਾਂ ਦੇ ਨਾਲ ਟਹਿਲ ਸੇਵਾ ਕਰੇ ਸਿੱਖਾਂ ਦੀ, ਮਹਾਤਮਾ ਦੀ। ਸੋ ਮਨ ਪਿਆਰੋ ਅਦਕ ਹੈ, ਉਹ ਬਹੁਤ ਮੇਰੇ ਮਨ ਅੰਦਰ ਪਿਆਰਾ ਲੱਗਦਾ ਹੈ। ਬਸ ਰਹੂੰ ਸਦੀਵਾ, ਮੈਂ ਉਹਦੇ ਹਮੇਸ਼ਾ ਵਸੀਕਾਰ ਹਾਂ। ਕਰਨੀ ਉੱਚੀ ਨਿਤ ਕਰੈ, ਕਰਨੀ ਨਾਮ ਹੈ ਵਾਹਿਗੁਰੂ ਦੀ ਭਗਤੀ ਦਾ। ਜਿਹੜੀ ਵਾਹਿਗੁਰੂ ਦੀ ਭਗਤੀ ਬਹੁਤ ਉੱਚੀ ਹੈ, ਸੁੱਚੀ ਹੈ, ਮੇਰਾ ਸਿੱਖ ਨਤਾ ਪ੍ਰਤੀ ਕਰੇ। ਤੇ ਭਗਤੀ ਦੇ ਨਾਲ ਨਾਲ ਮਹਾਰਾਜ ਕਹਿੰਦੇ ਰਾਖੇ ਮਨ ਨੀਵਾਂ, ਆਪਣੇ ਮਨ ਨੂੰ ਨੀਵਾਂ ਰੱਖੇ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੇਵਾ, ਸਾਧੂ ਦੀ ਸੇਵਾ ਕਰਕੇ ਅੱਗ ਕੱਟੇ ਕਨੇਰੇ। ਵੱਡੇ ਵੱਡੇ ਬੇਅੰਤ ਜਿਹੜੇ ਪਾਪ ਹਨ ਉਹ ਕੱਟੇ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਸੂਖ ਸਹਿਜ ਆਨੰਦ ਕਾਨਾ, ਫਿਰ ਸੁਖ ਮਿਲਦਾ ਹੈ, ਸਹਿਜ ਗਿਆਨ ਮਿਲਦਾ ਹੈ, ਸਹਿਜ ਅਵਸਥਾ ਮਿਲਦੀ ਹੈ। ਬੇਅੰਤ ਜਿਹਨੂੰ ਜੀਭਾ ਬਿਆਨ ਨਹੀਂ ਕਰ ਸਕਦੀ, ਤੇ ਗਰੀਬ ਨਵਾਜ ਕਹਿੰਦੇ ਬੇਅੰਤ ਜਿਹੜਾ ਆਨੰਦ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸੇਵਾ ਤੇ ਭਏ ਮਨ ਨਿਰਮਲ, ਫਿਰ ਗੁਰੂ ਦੀ ਐਸੀ ਕਿਰਪਾ ਹੁੰਦੀ ਹੈ, ਗੁਰੂ ਦੀ ਸੇਵਾ ਕਰਕੇ ਮਨ ਜਿਹੜਾ ਹੈ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਉਜਲ ਹੋ ਜਾਂਦਾ ਹੈ। ਹਰ 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 ਨਾਮ ਸੁਨਾ, ਹਰ ਨਾਮ ਜੋ ਹਰੀ ਸਰੂਪ ਪਰਮੇਸ਼ਰ, ਹਰ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਹਰ ਜੋ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ, ਐਸੇ ਹਰੀ ਦੇ ਨਾਮ ਨੂੰ ਸੁਣਾ ਜਿਹੜੇ ਪ੍ਰਾਣੀ ਸੁਣਦੇ ਹਨ, ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਬਿਨ ਸਿਓ ਮਨ ਕਾ ਮੂਰਖ ਢੀਠਾ, ਨਾਮ ਨੂੰ ਸੁਣ ਕਰਕੇ, ਗੁਰੂ ਦੀ ਸੇਵਾ ਕਰਕੇ ਸਾਧ ਸੰਗਤ ਜੀ ਜਿਹੜਾ ਮੂਰਖ ਮਨ ਸੀ ਨਾ, ਬਿਨ ਸਿਓ ਉਹ ਖਤਮ ਹੋ ਗਿਆ। ਮੂਰਖਤਾਈ ਖਤਮ ਹੋ ਗਈ, ਚੰਚਲਤਾਈ ਖਤਮ ਹੋ ਗਈ, ਮਨ ਜਿਹੜਾ ਹੈ ਸ਼ੁੱਧ ਹੋ ਗਿਆ। ਪ੍ਰਭ ਕਾ ਭਾਣਾ ਲਾਗਾ ਮੀਠਾ, ਫਿਰ ਐਸੀ ਅਵਸਥਾ ਬਣ ਜਾਂਦੀ ਹੈ ਕਿ ਪ੍ਰਭੂ ਦਾ ਜਿਹੜਾ ਭਾਣਾ ਹੈ ਉਹਨੂੰ ਸਤ ਕਰਕੇ ਮੰਨਦੇ ਨੇ। ਉਹਨਾਂ ਗੁਰਸਿੱਖਾਂ ਤੇ ਦੁੱਖ ਵੀ ਆ ਜਾਵੇ ਤੇ ਉਹ ਤਾਂ ਵੀ ਕਹਿੰਦੇ ਨੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਹਮੇਸ਼ਾ ਹੀ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਸਤ ਕਰਕੇ ਮੰਨਦੇ ਹਨ। ਉਹ ਤੇ ਆਖਦੇ ਨੇ ਭਾਈ ਭਾਣੇ ਵਿੱਚ ਕੋਈ ਵਿਰਲਾ ਆਇਆ, ਆਖਦੇ ਤੇ ਸਾਰੇ ਨੇ ਪਰ ਸਾਧ ਸੰਗਤ ਜੀ ਭਾਣੇ ਦੇ ਵਿੱਚ ਕੋਈ ਵਿਰਲਾ ਹੀ ਗੁਰਸਿੱਖ ਮਹਾਤਮਾ ਆਉਂਦਾ ਹੈ। ਗੁਰ ਪੂਰੇ ਕੇ ਚਰਨ ਗਏ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ, ਪੂਰੇ ਸਤਿਗੁਰ ਜੀ ਕਿਹੜੇ ਨੇ? ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਿਆਂ ਗੁਰਾਂ ਦੇ ਜਿਨ੍ਹਾਂ ਨੇ ਚਰਨਾਂ ਨੂੰ ਗਹੀ ਫੜਨਾ ਕੀਤਾ ਹੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਤੇ ਗਰੀਬ ਨਵਾਜ ਕਹਿੰਦੇ ਭਾਈ ਗੁਰੂ ਕੇ ਚਰਨ ਜੀ ਕਾ ਨਿਸਤਾਰਾ। ਗੁਰੂ ਦੇ ਚਰਨਾਂ ਵਿੱਚ ਜੁੜਨ ਕਰਕੇ ਜੀਵ ਦਾ ਭਲਾ ਹੁੰਦਾ ਹੈ, ਪਾਰ ਉਤਾਰਾ ਹੁੰਦਾ ਹੈ। ਕੋਟ ਜਨਮ ਕੇ ਪਾਪ ਲਹੇ, ਜਿਹੜੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਗਹੇ ਫੜਨਾ ਕਰਦੇ ਹਨ। ਹੁਣ ਗੁਰੂ ਦੇ ਚਰਨ ਕਿਹੜੇ ਹਨ? ਕਲਗੀਧਰ ਪਿਤਾ ਮਹਾਰਾਜ ਲਿਖਦੇ ਨੇ ਚਿੱਤ ਚਰਨ ਨਾਮ। ਜਿਹੜਾ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਣਾ, ਇਹ ਵਾਹਿਗੁਰੂ ਦੇ ਚਰਨ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਹਨ। ਬੇਅੰਤ ਗੁਰੂ ਕੇ ਸਿੱਖ ਉੱਥੇ ਰਹਿ ਰਹੇ ਹਨ। ਉੱਥੇ ਇੱਕ ਸਿੱਖ ਹੈ ਭਾਈ ਗੁੰਦਾ ਜੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਦਇਆ ਹੈ, ਕਿਰਪਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਹੁਕਮ ਕੀਤਾ ਭਾਈ ਗੁੰਦਾ ਜੀ, ਆਪ ਜੀ ਹੁਣ ਇੱਥੋਂ ਜਾਓ ਤੇ ਕਾਬਲ ਦੀ ਧਰਤੀ ਤੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰੋ। ਗੁਰੂ ਦੇ ਹੁਕਮ ਨੂੰ ਕਿਵੇਂ ਮੋੜੇ?
ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰ ਕਹੈ ਸੋਈ ਪਲ ਮੰਨਹੁ। ਕਹਿਣ ਲੱਗਾ ਮਹਾਰਾਜ ਜੋ ਆਪ ਜੀ ਦਾ ਹੁਕਮ। ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲਾ ਨਹੀਂ ਛੱਡਣਾ, ਨਾਮ ਨਹੀਂ ਛੱਡਣਾ, ਕਥਾ ਕਰਨੀ ਹੈ। ਗੁਰੂ ਕੀ ਸੰਗਤ ਨੂੰ ਉਪਦੇਸ਼ ਜੋ ਗੁਰੂ ਦਾ ਹੈ ਦੇਣਾ ਹੈ। ਕਹਿਣ ਲੱਗਾ ਮਹਾਰਾਜ ਠੀਕ ਹੈ। ਸਾਧ ਸੰਗਤ ਜੀ, ਭਾਈ ਗੁੰਦਾ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਾਬਲ ਦੀ ਧਰਤੀ ਤੇ ਚਲੇ ਜਾਂਦੇ ਹਨ। ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਇੱਕ ਦਿਨ ਦੀ ਗੱਲ ਹੈ ਕਿ ਭਾਈ ਗੁੰਦਾ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੁਭਾਈਮਾਨ ਹਨ। ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਗੁਰੂ ਕੇ ਰਬਾਬੀ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਹਨ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੰਗਤ ਦੇ ਵਿੱਚ ਸੁਭਾਈਮਾਨ ਹਨ। ਭਾਈ ਗੋਂਦਾ ਜੀ ਜਪਜੀ ਸਾਹਿਬ ਦਾ ਪਾਠ ਕਰੀ ਜਾ ਰਹੇ ਨੇ, ਕਿਉਂਕਿ ਮਹਾਰਾਜ ਨੇ ਜਪਜੀ ਸਾਹਿਬ ਅੰਦਰ ਸੁਣਨ ਦਾ ਮਹਾਤਮ ਦਾ ਜ਼ਿਕਰ ਕੀਤਾ ਹੈ। 4 ਪੌੜੀਆਂ ਸਾਧ ਸੰਗਤ ਜੀ ਸੁਣਨ ਵਾਲੀਆਂ ਉਚਾਰਨ ਕੀਤੀਆਂ ਹਨ। 4 ਫਿਰ ਮੰਨਣ ਵਾਲੀਆਂ ਉਚਾਰਨ ਕੀਤੀਆਂ ਹਨ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਤਰਤ ਤਬਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਫਿਰ ਜਿਹੜੇ ਨਾਮ ਨੂੰ ਮੰਨਦੇ ਨੇ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵਹਿ ਨਾ ਭਿਖ। ਭਾਈ ਗੁੰਦਾ ਜੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਧਿਆਨ ਮਹਾਰਾਜ ਦੇ ਚਰਨਾਂ ਦਾ ਲੱਗ ਗਿਆ ਹੈ। ਚਰਨਾਂ ਨੂੰ ਫੜ ਲਿਆ ਹੈ। ਦੂਸਰੇ ਪਾਸੇ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ। ਮੇਵੜੇ ਸਿੱਖ ਨੇ ਅਰਦਾਸ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ, ਪਰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਉੱਠੇ ਨਹੀਂ। ਉਸ ਤੋਂ ਬਾਅਦ ਲਾਂਗਰੀ ਸਿੱਖ ਆਉਂਦਾ ਹੈ, ਮਹਾਰਾਜ ਭੋਜਨ ਤਿਆਰ ਹੈ, ਆਪ ਜੀ ਛਕੋ। ਮਹਾਰਾਜ ਫਿਰ ਨਹੀਂ ਉੱਠੇ। ਦੁਪਹਿਰ ਢਲ ਚੁੱਕੀ ਹੈ। ਫਿਰ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਛੱਡਿਆ ਭਾਈ ਗੁੰਦਾ ਜੀ ਨੇ। ਫਿਰ ਮਹਾਰਾਜ ਉੱਠੇ ਨੇ। ਸਾਰੀਆਂ ਸੰਗਤਾਂ ਬੜੀਆਂ ਹੈਰਾਨ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਅੰਦਰ ਬੇਨਤੀ ਕੀਤੀ, ਮਹਾਰਾਜ ਕੀ ਕੌਤਕ ਹੈ, ਅੱਜ ਤੇ ਦੁਪਹਿਰ ਵੀ ਢਲ ਗਈ, ਆਪ ਜੀ ਕਿਉਂ ਨਹੀਂ ਉੱਠੇ, ਲੰਗਰ ਨਹੀਂ ਛਕਿਆ। ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ, ਪਿਆਰ ਵਾਲੇ ਸਿੱਖ ਭਾਈ ਗੁੰਦਾ ਜੀ ਨੇ ਸਾਡੇ ਚਰਨ ਫੜੇ ਹੋਏ ਸਨ, ਅਸੀਂ ਕਿਵੇਂ ਉੱਠ ਪੈਂਦੇ। ਸੋ ਕਹਿਣ ਤੋਂ ਭਾਵ ਗੁਰ ਪੂਰੇ ਕੇ ਚਰਨ ਕਹੇ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਨੂੰ ਫੜਨਾ ਕੀਤਾ ਹੈ। ਕੋਟ ਜਨਮ ਕੇ ਪਾਪ ਲਹੇ, ਕਰੋੜਾਂ ਜਨਮਾਂ ਦੇ ਉਹਨਾਂ ਦੇ ਪਾਪ ਜਿਹੜੇ ਹਨ ਲੈ ਜਾਂਦੇ ਹਨ। ਰਤਨ ਜਨਮ ਇਹੋ ਸਫਲ ਪਾਇਆ। ਇਹ ਰਤਨਾਂ ਦੇ ਵਾਂਗ ਜਿਹੜਾ ਕੀਮਤੀ ਮਨੁੱਖਾ ਜਨਮ ਹੈ, ਉਹਨਾਂ ਗੁਰਸਿੱਖਾਂ ਦਾ, ਉਹਨਾਂ ਪ੍ਰਾਣੀਆਂ ਦਾ ਸਫਲ ਹੋ ਜਾਂਦਾ ਹੈ। ਕਹੋ ਨਾਨਕ ਪ੍ਰਭ ਕਰੀ ਮਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਸਿੱਖਾਂ ਦਾ ਸਫਲ ਹੁੰਦਾ ਹੈ ਜਿਨ੍ਹਾਂ ਤੇ ਗੁਰੂ ਦੀ ਮਾਇਆ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਆਸਾ ਮਹੱਲਾ ਪੰਜਵਾਂ। ਸਤਿਗੁਰ ਆਪਣਾ ਸਦ ਸਦਾ ਸਮਾਰੇ। ਆਸਾ ਰਾਗ ਅੰਦਰ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਆਪਣੇ ਸਤਿਗੁਰਾਂ ਨੂੰ ਅਸੀਂ ਹਮੇਸ਼ਾ ਹਮੇਸ਼ਾ ਯਾਦ ਕਰਦੇ ਹਾਂ।
ਗੁਰੂ ਨਾਨਕ ਸਾਹਿਬ ਜੀ ਨੂੰ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੂੰ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ, ਇਸੇ ਤਰ੍ਹਾਂ ਭਾਈ ਸਿੱਖ ਨੂੰ ਵੀ ਆਪਣੇ ਸਤਿਗੁਰੂ ਨੂੰ ਹਮੇਸ਼ਾ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਗੁਰ ਕੇ ਚਰਨ ਕੇਸ ਸੰਗ ਝਾਰੇ। ਫਿਰ ਮਹਾਰਾਜ ਸਤਿਗੁਰੂ ਜੀ ਦੇ ਜਿਹੜੇ ਚਰਨ ਹਨ, ਇਹ ਪਿਆਰ ਵਾਲੇ ਜਗਿਆਸੂ ਮਹਾਤਮਾ ਸਖੀ ਦੀ ਅਰਜ਼ ਹੈ ਕਿ ਮੈਂ ਤੇ ਆਪਣੇ ਪ੍ਰਤੱਖ ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਝਾੜਦਾ ਹਾਂ, ਸਾਫ਼ ਕਰਦਾ ਹਾਂ। ਜਾਗ ਰੇ ਮਨ ਜਾਗਨ ਹਾਰੇ। ਇਸ ਮਨ ਨੂੰ ਸੰਬੋਧਨ ਕਰ ਰਹੇ ਨੇ, ਇਹ ਭਾਈ, ਇਹ ਮਨਾ, ਤੂੰ ਜਾਗਣਾ ਕਰ, ਤੂੰ ਅਗਿਆਨ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਤੂੰ ਮੋਹ ਦੀ ਨੀਂਦ ਅੰਦਰ ਸੁੱਤਾ ਪਿਆ ਹੈ। ਇਹ ਮਨਾ, ਤੂੰ ਜਾਗ, ਜਾਗ ਕਰਕੇ ਉਸ ਪਰਮੇਸ਼ਰ ਦੀ ਇਬਾਦਤ ਕਰ। ਤਾਈਓ ਹੀ ਵਿਦਵਾਨ ਲਿਖਦੇ ਨੇ, ਉਮਰ ਉਹੀ ਵਿੱਚ ਲੇਖੇ ਦੇ, ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸੇਵਕ ਹੋਏ ਨੇ ਭਾਈ ਨੰਦ ਲਾਲ। ਉਹ ਲਿਖਦੇ ਨੇ, ਉਮਰ ਉਹੀ ਵਿੱਚ ਲੇਖੇ ਦੇ, ਜੋ ਯਾਦ ਸਾਈਂ ਦੇ ਗੁਜਰੇ ਪੈਂਦੀ ਮੁਜਰੇ। ਜਾਗ ਰੇ ਮਨ ਜਾਗਨ ਹਾਰੇ। ਹੈ ਮਨਾ, ਤੂੰ ਜਾਗਣਾ ਕਰ, ਖੁਦਾ ਦੀ ਇਬਾਦਤ ਕਰ। ਬਿਨ ਹਾਰੇ ਅਵਰ ਨ ਆਵਸ ਕਾਮਾ। ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੋਈ ਚੀਜ਼ ਤੇਰੇ ਕੰਮ ਆਉਣ ਵਾਲੀ ਨਹੀਂ ਹੈ। ਝੂਠਾ ਮੋਹ ਮਿਥਿਆ ਪਸਾਰੇ। ਇਹ ਸਾਰਾ ਸੰਸਾਰ ਦਾ ਜਿਹੜਾ ਮੂੰਹ ਹੈ, ਝੂਠਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਭਾਈ ਸੰਸਾਰ ਦੀ ਜਿਹੜੀ ਪ੍ਰੀਤੀ ਝੂਠੀ ਹੈ। ਸ਼ਲੋਕ ਸਹਿਜ ਸਕ੍ਰਿਤੀ ਦੀ ਬਾਣੀ ਪੜ੍ਹੀਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਹਰੀ ਲਾਲ ਕ੍ਰਿਸ਼ਨ ਲਾਲ, ਜੋ ਸਾਧ ਸੰਗਤ ਜੀ ਕਾਂਸੀਪੁਰੀ ਦੇ ਰਹਿਣ ਵਾਲੇ ਬਹੁਤ ਵੱਡੇ ਵਿਦਵਾਨ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ। ਕਤੰਚ ਬਣਤਾ ਸੁਤ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਕੋਈ ਕਿਸੇ ਦਾ ਨਹੀਂ ਹੈ, ਸਭ ਦੇਖੀ ਠੋਕ ਬਜਾਏ। ਇਹ ਸਾਰੇ ਜਿਹੜੇ ਨੇ, ਚਾਹੇ ਉਹ ਤੇਰੀ ਘਰਵਾਲੀ ਹੈ, ਚਾਹੇ ਮਾਂ ਹੈ, ਬਾਪ ਹੈ, ਧੀਆਂ ਨੇ, ਪੁੱਤਰ ਨੇ, ਇਹਦੇ ਮਹਾਰਾਜ ਕਹਿੰਦੇ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਤੇ ਪੂਰਬਲੇ ਚੰਗੇ ਕਰਮਾਂ ਕਰਕੇ ਤੈਨੂੰ ਮਾਂ ਬਾਪ ਮਿਲੇ ਨੇ, ਘਰਵਾਲੀ ਮਿਲੇ ਹੈ, ਬੱਚੇ ਮਿਲੇ ਨੇ, ਪਰ ਜਦੋਂ ਤੇਰਾ ਅੰਤਲਾ ਸਮਾਂ ਆਵੇਗਾ, ਕਿਸੇ ਨੇ ਸਹਾਇਕ ਨਹੀਂ ਹੋਣਾ। ਝੂਠੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਝੂਠਾ ਮੋਹ ਮਿਥਿਆ ਪਾਸ ਸਾਰੇ। ਸੰਸਾਰ ਦਾ ਮੋਹ ਝੂਠਾ ਹੈ। ਫਿਰ ਗਰੀਬ ਨਵਾਜ਼ ਕਹਿੰਦੇ, ਭਾਈ ਜਿੰਨਾ ਸੰਸਾਰ ਦਾ ਫੈਲਾਓ ਹੈ, ਪਸਾਰਾ ਹੈ, ਇਹ ਵੀ ਝੂਠਾ ਹੈ, ਮਿਥਿਆ ਹੈ, ਨਾਸਵੰਤ ਹੈ। ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਗੁਰ ਕੀ ਬਾਣੀ ਸਿਉ ਰੰਗ ਲਾਏ। ਜਿਹੜਾ ਵੀ ਸਿੱਖ ਜਿਗਿਆਸੂ ਭਾਵਨਾ ਵਾਲਾ ਗੁਰੂ ਦੀ ਬਾਣੀ ਦੇ ਅੰਦਰ ਪ੍ਰੇਮ ਲਾਉਂਦਾ ਹੈ, ਭਾਵਨਾ ਰੱਖਦਾ ਹੈ, ਗੁਰ ਕਿਰਪਾਲ ਹੋਏ ਦੁਖ ਜਾਏ। ਜਿਨ੍ਹਾਂ ਦਾ ਬਾਣੀ ਦੇ ਨਾਲ ਪ੍ਰੇਮ ਹੈ, ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਭਾਈ ਉਹਨਾਂ ਤੇ ਗੁਰੂ ਟੁੱਟ ਪੈਂਦਾ ਹੈ, ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਜਿਹੜੇ ਦੁੱਖ ਨੇ ਚਲੇ ਜਾਂਦੇ ਹਨ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ। ਗੁਰ ਬਿਨ ਦੂਜਾ ਨਾਹੀ ਥਾਉ। ਉਹ ਤੇ ਆਖਦੇ ਨੇ ਕਿ ਗੁਰੂ ਤੋਂ ਬਿਨਾਂ ਤੇ ਦੂਸਰੀ ਹੋਰ ਕੋਈ ਥਾਉ ਜਗ੍ਹਾ ਹੀ ਨਹੀਂ ਹੈ, ਕੋਈ ਟਿਕਾ ਨਹੀਂ ਹੈ, ਕੋਈ ਮੁਕਾਮ ਨਹੀਂ ਹੈ। ਗੁਰੂ ਤੋਂ ਬਿਨਾਂ ਕੁਝ ਨਹੀਂ ਹੈ, ਸਭ ਕੁਝ ਗੁਰੂ ਹੀ ਹੈ। ਗੁਰ ਦਾਤਾ ਗੁਰ ਦੇਵੈ ਨਾਉ। ਗੁਰੂ ਹੀ ਸਾਰਿਆਂ ਦੇ ਦਾਤੇ ਹਨ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਸ ਕਰਕੇ ਉਹ ਸਾਰਿਆਂ ਦਾ ਦਾਤਾ ਹੈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਗੁਰ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਉਹ ਗੁਰੂ ਸਾਰਿਆਂ ਦਾ ਦਾਤਾ ਹੈ। ਗੁਰ ਦੇਵੈ ਨਾਉ, ਫਿਰ ਗੁਰੂ ਜੀ ਪ੍ਰਕਾਸ਼ ਰੂਪ ਨੇ, ਉਹੀ ਨਾਮ ਨੂੰ ਦੇਣ ਵਾਲੇ ਹਨ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਉਹ ਗੁਰੂ ਜੀ ਪਾਰਾਵਾਰ ਦੀ ਪ੍ਰਕਿਰਤੀ ਤੋਂ ਪਰੇ ਬ੍ਰਹਮ ਸਰੂਪ ਹਨ। ਫਿਰ ਕਹਿੰਦੇ, ਸਾਰੇ ਪਾਸੇ ਆਪ ਹੀ ਹਨ। ਆਠ ਪਹਿਰ ਨਾਨਕ ਗੁਰ ਜਾਪ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੁਹਿ ਤਾਰੈ।
ਐਸੇ ਗੁਰੂ ਤੋਂ ਬਲਿਹਾਰ ਜਾਈਏ ਤੇ ਫਿਰ ਭਾਈ 8 ਪਹਿਰ 8 ਪਹਿਰ 4 ਪਹਿਰ ਦਿਨ ਦੇ ਮੰਨੇ ਨੇ, 4 ਰਾਤ ਦੇ ਮੰਨੇ ਨੇ। ਨਾਨਕ ਗੁਰ ਜਾਪ, ਗੁਰੂ ਮਹਾਰਾਜ ਸਾਹਿਬ ਜੀ ਦੇ ਜਾਪ ਨੂੰ ਜਪਣਾ ਕਰੋ। ਕਿਵੇਂ ਜਪਣਾ ਹੈ? ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਪਣਾ ਕਰ। ਆਸਾ ਮਹਲਾ ਪੰਜਵਾਂ। ਆਪੇ ਪੇੜ ਵਿਸਥਾਰੀ ਸਾਖ। ਗੁਰੂ ਅਰਜਨ ਸਾਹਿਬ ਮਹਾਰਾਜ ਆਸਾ ਰਾਗ ਅੰਦਰ ਕਿਰਪਾ ਕਰਦੇ ਨੇ। ਆਪੇ ਹੀ ਪਰਮਾਤਮਾ ਕਹਿੰਦੇ ਪੇੜ ਬ੍ਰਿਸ਼ ਰੂਪ ਹੈ, ਰੁੱਖ ਰੂਪ ਹੈ। ਫਿਰ ਕਹਿੰਦੇ ਆਪ ਹੀ ਵਿਸਤਾਰੀ ਸਾਖ, ਸਾਖ ਨਾਮ ਹੈ ਟਾਹਣੀਆਂ ਦਾ। ਆਪੇ ਹੀ ਪਰਮਾਤਮਾ ਨੇ ਸੰਸਾਰ ਰੂਪੀ ਟਾਹਣੀਆਂ ਜਿਹੜੀਆਂ ਨੇ ਫੈਲਾਉਣਾ ਕੀਤੀਆਂ ਨੇ। ਭਾਵ ਸੰਸਾਰ ਰੂਪੀ ਬ੍ਰਿਸ਼ ਵੀ ਆਪ ਪੈਦਾ ਕੀਤਾ। ਫਿਰ ਸੰਸਾਰ ਰੂਪੀ ਬ੍ਰਿਸ਼ ਦੇ ਉੱਪਰ ਜਿੰਨੇ ਜੀਵ ਜੰਤੂ ਰੂਪੀ ਟਾਹਣੀਆਂ ਨੇ ਉਹ ਵੀ ਆਪ ਪੈਦਾ ਕੀਤੀਆਂ ਹਨ। ਆਪਣੀ ਖੇਤੀ ਆਪੇ ਰਾਖ। ਇਹ ਜਿੰਨਾ ਸੰਸਾਰ ਹੈ ਤੇ ਸੰਸਾਰ ਰੂਪੀ ਖੇਤੀ ਪਰਮਾਤਮਾ ਦੀ ਹੈ। ਭਾਵੇਂ ਖੇਤੀ ਨੂੰ ਕੱਚੀ ਵੱਢ ਲਵੇ, ਭਾਵੇਂ ਪਕਾ ਕਰਕੇ ਵੱਢ ਲਵੇ, ਉਹਦੀ ਮਰਜ਼ੀ ਹੈ। ਹਰੀ ਨਹੀਂ ਨਹਿ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤੈਯਾਰ। ਜਾਂ ਹੁਕਮ ਹੋਆ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਗਰੀਬ ਨਵਾਜ ਕਹਿੰਦੇ ਸੰਸਾਰ ਰੂਪੀ ਖੇਤੀ ਉਹਦੀ ਹੈ। ਭਾਵੇਂ ਉਹ ਜਵਾਨੀ ਦੀ ਅਵਸਥਾ ਦੇ ਵਿੱਚ ਲੈ ਜਾਵੇ, ਭਾਵੇਂ ਉਹ ਬੁਢੇਪੇ ਦੀ ਅਵਸਥਾ ਦੇ ਵਿੱਚ ਲੈ ਜਾਵੇ, ਭਾਵੇਂ ਉਹ ਬਾਲਕ ਅਵਸਥਾ ਵਿੱਚ ਲੈ ਜਾਵੇ, ਤੇ ਗਰੀਬ ਨਵਾਜ ਕਹਿੰਦੇ ਆਪੇ ਰਾਖ। ਫਿਰ ਸੰਸਾਰ ਰੂਪੀ ਖੇਤੀ ਦੀ ਰੱਖਿਆ ਵੀ ਪਰਮਾਤਮਾ ਆਪ ਕਰਦਾ ਹੈ। ਜਤ ਕਤ ਪੇਖੋਂ ਏਕੈ ਉਹੀ। ਗਰੀਬ ਨਵਾਜ ਕਹਿੰਦੇ ਭਾਈ ਜਤ ਨਾਮ ਜਦੋਂ ਵੀ, ਕਤ ਨਾਮ ਕਿਧਰ ਵੀ, ਜਤ ਨਾਮ ਜਿਧਰ ਵੀ, ਵੇਖੋ ਨਾਮ ਅਸੀਂ ਵੇਖਦੇ ਹਾਂ। ਇੱਕੇ ਉਹੀ, ਉਹ ਪਰਮਾਤਮਾ ਹੀ ਸਾਰੇ ਪਾਸੇ ਹੈ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਘਟ ਘਟ ਅੰਤਰ ਆਪੇ ਸੋਈ। ਉਹ ਤੇ ਆਖਦੇ ਨੇ ਸਭ ਘਟਾਂ ਦੇ ਅੰਦਰ ਪਰਮਾਤਮਾ ਹੈ। ਘਟ ਨਾਮ ਹਿਰਦੇ ਦਾ ਹੈ। ਸਾਰਿਆਂ ਹਿਰਦਿਆਂ ਦੇ ਵਿੱਚ ਪਰਮਾਤਮਾ ਆਪ ਬੈਠਾ ਹੈ। ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਆਪੇ ਸੂਰ ਕਿਰਨ ਵਿਸਥਾਰ। ਫਿਰ ਆਪ ਹੀ ਪਰਮਾਤਮਾ ਕਹਿੰਦੇ ਸੂਰਜ ਰੂਪ ਹੈ। ਫਿਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹਦਾ ਫੈਲਾਅ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਭਾਵ ਸੂਰਜ ਰੂਪ ਵੀ ਆਪ ਹੈ, ਕਿਰਨਾ ਰੂਪ ਵੀ ਆਪ ਹੈ, ਪ੍ਰਕਾਸ਼ ਕਰਨ ਵਾਲਾ ਵੀ ਆਪ ਹੈ, ਹਨੇਰਾ ਕਰਨ ਵਾਲਾ ਵੀ ਆਪ ਹੈ, ਸੰਸਾਰ ਨੂੰ ਚਲਾਉਣ ਵਾਲਾ ਵੀ ਆਪ ਹੈ, ਸਭ ਕੁਝ ਆਪ ਹੈ। ਸੋਈ ਗੁਪਤ ਸੋਈ ਆਕਾਰ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ, ਸਾਰੀਆਂ ਆਕਾਰਾਂ ਨੂੰ ਕਰਨ ਵਾਲਾ ਵੀ ਉਹ ਹੈ। ਜਿੰਨੇ ਆਕਾਰ ਨੇ ਉਹਦੇ ਹੁਕਮ ਤੋਂ ਬਾਹਰ ਨਹੀਂ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ। ਸਿੱਧਾ ਨੇ ਪੁੱਛਿਆ ਮਹਾਰਾਜ ਤੁਸੀਂ ਪਰਮਾਤਮਾ ਦੀ ਬੜੀ ਸਿਫਤ ਕਰਦੇ ਹੋ, ਵਡਿਆਈ ਕਰਦੇ ਹੋ, ਉਹ ਪਰਮਾਤਮਾ ਕਿੰਨਾ ਕੁ ਵੱਡਾ ਹੈ, ਉਹਦਾ ਹੁਕਮ ਕਿੰਨਾ ਕੁ ਵੱਡਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਆਕਾਰ। ਸਿੱਧੋ ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ। ਜਿੰਨੇ ਜੀਵ ਵੱਡੇ ਨੇ, ਛੋਟੇ ਨੇ, ਪਰਬਤ ਨੇ, ਬਨਾਸਪਤੀ ਹੈ, ਉਹਦੇ ਹੁਕਮ ਦੇ ਵਿੱਚ ਹੈ। ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ। ਜੀਭਾ ਕਹਿ ਨਹੀਂ ਸਕਦੀ, ਕਲਮ ਲਿਖ ਨਹੀਂ ਸਕਦੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਉਹਦੇ ਹੁਕਮ ਦੇ ਅੰਦਰ ਲੱਖਾਂ ਜੀਵ ਪੈਦਾ ਹੋ ਰਹੇ ਨੇ, ਹੁਕਮ ਦੇ ਅੰਦਰ ਵਡਿਆਈਆਂ ਮਿਲ ਰਹੀਆਂ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਉਹਦੇ ਹੁਕਮ ਦੇ ਅੰਦਰ ਬਖਸ਼ਿਸ਼ਾਂ ਲੈ ਰਹੇ ਨੇ। ਤੇ ਗਰੀਬ ਨਵਾਜ ਕਹਿੰਦੇ ਹੁਕਮੈ ਦੁੱਖ ਸੁੱਖ ਪਾਈਐ। ਹੁਕਮ ਦੇ ਅੰਦਰ ਦੁੱਖ ਹੈ, ਹੁਕਮ ਅੰਦਰ ਸੁੱਖ ਹੈ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਈ। ਕਾਰਨ ਕੀ? ਕਿਉਂਕਿ ਉਹ ਗੁਪਤ ਰੂਪ ਵੀ ਹੈ, ਪ੍ਰਗਟ ਰੂਪ ਵੀ ਹੈ। ਆਪੇ ਕੰਡਾ ਆਪ ਤਰਾਜੀ।
ਪ੍ਰਭ ਆਪੇ ਤੋਲਨ ਹਾਰਾ। ਆਪੇ ਉਹ ਕੰਡਾ ਰੂਪ ਹੈ, ਆਪੇ ਉਹ ਤਕੜੀ ਰੂਪ ਹੈ, ਆਪੇ ਸੰਸਾਰ ਦੇ ਪਦਾਰਥਾਂ ਨੂੰ ਤੋਲਣ ਵਾਲਾ ਹੈ। ਤੇ ਗਰੀਬ ਨਵਾਜ ਕਹਿੰਦੇ ਭਾਈ ਉਹ ਗੁਪਤ ਰੂਪ ਹੈ, ਫਿਰ ਸਾਰਿਆਂ ਆਕਾਰਾਂ ਦੇ ਵਿੱਚ ਵੀ ਹੈ। ਅਪੰਗ ਹੈ, ਅਨੰਗ ਹੈ। ਅਪੰਗ ਉਹ ਨਾਸ ਤੋਂ ਰਹਿਤ ਹੈ, ਅਰੂਪ ਹੈ, ਰੂਪਾਂ ਦੇ ਵਿੱਚ ਹੈ, ਰੂਪਾਂ ਤੋਂ ਬਾਹਰ ਵੀ ਹੈ। ਤੇ ਗਰੀਬ ਨਵਾਜ ਕਹਿੰਦੇ ਭਾਈ ਸਾਰੇ ਪਾਸੇ ਪਰਮਾਤਮਾ ਹੈ। ਸਰਗੁਣ ਨਿਰਗੁਣ ਥਾਪੈ ਨਾਉ। ਸਰਗੁਣ ਵੀ ਉਹਦਾ ਨਾਮ ਹੈ। 10 ਪਾਤਸ਼ਾਹੀਆਂ ਆਈਆਂ, ਇਹ ਸਰਗੁਣ ਸਰੂਪ ਦੇ ਅੰਦਰ ਆਈਆਂ ਨੇ। ਨਿਰਗੁਣ ਜੋ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਰੂਪ ਦੇ ਅੰਦਰ ਨੇ। ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਈ। ਉਹਦੀ ਸ਼ਕਤੀ ਨੂੰ, ਉਹਦੀ ਤਾਕਤ ਨੂੰ ਕੋਈ ਮੇਟ ਨਹੀਂ ਸਕਦਾ ਹੈ। ਥਾਪੈ ਨਾਉ, ਇਹ ਦੋ ਹੀ ਨਾਮ ਪਰਮੇਸ਼ਰ ਦੇ ਹਨ। ਦੋ ਮਿਲ ਏਕੈ ਕੀਨੋ ਠਾਓ। ਜਿਹੜੇ ਦੋਨਾਂ ਨੂੰ ਮਿਲ ਜਾਂਦੇ ਨੇ ਤੇ ਗਰੀਬ ਨਵਾਜ ਕਹਿੰਦੇ ਭਾਈ ਉਹ ਇੱਕ ਦੇ ਅੰਦਰ ਸਮਾ ਜਾਂਦੇ ਹਨ। ਕਹੋ ਨਾਨਕ ਗੁਰ ਭ੍ਰਮ ਭਉ ਖੋਇਆ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਦਾ ਭਰਮ ਭਾਈ ਨਾਸ ਹੋ ਗਿਆ, ਦੂਰ ਹੋ ਗਿਆ। ਆਨੰਦ ਰੂਪ ਸਭ ਨੈਣ ਅਲੋਇਆ। ਫਿਰ ਉਹਨਾਂ ਗੁਰਸਿੱਖਾਂ ਨੇ ਆਪਣੇ ਦੀਦਿਆਂ ਦੇ ਨਾਲ, ਨੇਤਰਾਂ ਦੇ ਨਾਲ ਸਾਰੇ ਪਾਸੇ ਆਨੰਦ ਸਰੂਪ ਪਰਮੇਸ਼ਰ ਦੇ ਦੀਦਾਰ ਕੀਤੇ, ਦਰਸ਼ਨ ਕੀਤੇ। ਭਾਈ ਨੰਦ ਲਾਲ ਦੇ ਬੋਲ ਹਨ, ਉਹ ਲਿਖਦੇ ਹਨ ਕਿ ਹੇ ਕਲਗੀਧਰ ਪਿਤਾ, ਜਦੋਂ ਮੈਂ ਸਾਰੀ ਲੋਕਾਈ ਦੇ ਵਿੱਚ ਵੇਖਦਾ ਹਾਂ ਮੈਨੂੰ ਤੇਰੇ ਦਰਸ਼ਨ ਹੁੰਦੇ ਨੇ। ਕੱਲੀ ਲੋਕਾਈ ਦੇ ਵਿੱਚ ਨਹੀਂ, ਜਦੋਂ ਮੈਂ ਆਪਣੀਆਂ ਦੀਦਿਆਂ ਦੇ ਨਾਲ ਵੇਖਦਾ ਮੈਨੂੰ ਬਨਾਸਪਤੀ ਦੇ ਵਿੱਚੋਂ, ਪਰਬਤਾਂ ਦੇ ਵਿੱਚੋਂ ਵੀ ਤੇਰੇ ਦਰਸ਼ਨ ਹੁੰਦੇ ਨੇ। ਉਹ ਆਪਣੀ ਕਲਮ ਦੇ ਵਿੱਚ, ਆਪਣੀਆਂ ਗਜ਼ਲਾਂ ਦੇ ਵਿੱਚ ਜੋ ਫਾਰਸੀ ਅੰਦਰ ਉਚਾਰਦੇ ਨੇ, ਲਿਖਦੇ ਨੇ, ਰੂਹ ਦਰ ਹਰ ਚਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸਮ ਗੁਰੂ ਗੋਬਿੰਦ ਸਿੰਘ। ਕਿ ਹੇ ਸੱਚੇ ਪਾਤਸ਼ਾਹ ਮਹਾਰਾਜ, ਸਾਰੇ ਪਾਸੇ ਆਪ ਹੀ ਹੋ, ਆਪ ਜੀ ਦੇ ਹੀ ਦਰਸ਼ਨ ਹੋ ਰਹੇ ਹਨ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਰੂਪ ਸਭ ਨੈਣ ਅਲੋਇਆ। ਫਿਰ ਉਹ ਨੇਤਰਾਂ ਦੇ ਨਾਲ ਆਨੰਦ ਸਰੂਪ ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਨੂੰ ਕਰਦੇ ਹਨ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਉਗਤ ਸਿਆਣਪ ਕਿਛੂ ਨਾ ਜਾਣਾ। ਗਰੀਬ ਨਵਾਜ ਕਹਿੰਦੇ ਕੋਈ ਜੇ ਮੈਨੂੰ ਕਹੇ ਕਿ ਮੈਂ ਬੜਾ ਸਿਆਣਾ ਹਾਂ, ਤੇ ਗਰੀਬ ਨਵਾਜ ਕਹਿੰਦੇ ਭਾਈ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਦਾ ਨਹੀਂ ਕੀਤਾ, ਮਹਾਰਾਜ ਕਹਿੰਦੇ ਸੈਂਕੜੇ ਸਿਆਣਪਾਂ ਨਾਲ ਹੋਵੇ ਬੰਦੇ ਦੇ, ਪਰ ਕਹਿੰਦੇ ਜਦੋਂ ਸੰਸਾਰ ਤੋਂ ਜਾਵੇਗਾ ਇੱਕ ਵੀ ਨਹੀਂ ਚੱਲੇਗੀ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਇੱਕ ਵਾਰ ਨਹੀਂ, ਲੱਖਾਂ ਵਾਰ ਸੋਚ ਲਾ, ਤੂੰ ਕੁਝ ਹੋਰ ਸੋਚੇਗਾ ਪਰ ਹੋਵੇਗਾ ਕੁਝ ਹੋਰ। ਕਾਰਨ ਕੀ? ਉਕਤ ਸਿਆਣਪ ਕਛੂ ਨਾ ਜਾਣਾ। ਕਹਿੰਦੇ ਸਿਆਣਪ ਦੇ ਨਾਲ ਉਹ ਪਰਮਾਤਮਾ ਜਿਹੜਾ ਹੈ ਵਸੀਕਾਰ ਨਹੀਂ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਚਤੁਰਾਈ ਨਾ ਚਤੁਰ ਭੁਜ ਪਾਈਏ। ਸਿਆਣਪ ਦੇ ਨਾਲ ਪਰਮਾਤਮਾ ਨੂੰ ਕੋਈ ਪਾ ਨਹੀਂ ਸਕਦਾ। ਕਬੀਰ ਸਾਹਿਬ ਕਹਿੰਦੇ ਜੇ ਸਿਆਣਪ ਦੇ ਨਾਲ ਕੋਈ ਪਾਉਣਾ ਹੋਵੇ ਫਿਰ ਤੇ ਅਨਾਸਤਕ ਬੰਦੇ ਆਸਮਾਨ ਨੂੰ ਥੱਲੇ ਸੁੱਟ ਲੈਂਦੇ। ਬਾਤ ਨਹੀਂ ਅਸਮਾਨ ਗਰਾਬ ਹੈ। ਤੇ ਗਰੀਬ ਨਵਾਜ ਕਹਿੰਦੇ ਭਾਈ ਚਤੁਰਾਈ ਦੇ ਨਾਲ, ਸਿਆਣਪ ਦੇ ਨਾਲ ਪਰਮੇਸ਼ਰ ਵਸੀਕਾਰ ਨਹੀਂ ਹੁੰਦਾ। ਦਿਨ ਰਹਿਣ ਤੇਰਾ ਨਾਮ ਵਖਾਨਾ। ਜਿਹੜੇ ਦਿਨ ਰਾਤ हे ਪ੍ਰਭੂ ਪਰਮਾਤਮਾ ਤੇਰੇ ਨਾਮ ਨੂੰ ਕਥਨ ਕਰਦੇ ਹਨ, ਤੇਰੇ ਨਾਮ ਦੀ ਵਡਿਆਈ ਕਰਦੇ ਹਨ। ਮੈਂ ਨਿਰਗੁਣ ਗੁਣ ਨਾਹੀ ਕੋਏ। ਉਹ ਤੇ ਜਗਿਆਸੂ ਬੇਨਤੀ ਕਰਦੇ ਨੇ ਮਹਾਰਾਜ ਮੈਂ ਨਿਰਗੁਣ ਹਾਂ, ਨਿਰਗੁਣ ਆਪ, ਸਰਗੁਣ ਪੀਓਹੀ, ਕਲਾ ਧਾਰ ਪ੍ਰਭ ਸਗਲੀ ਮੋਹੀ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਨਿਰਗੁਣ, ਗੁਣਾ ਤੋਂ ਰਹਿਤ ਹਾਂ, ਕੋਈ ਗੁਣ ਨਹੀਂ ਹੈ। ਆਪ ਜੀ ਮੇਰੇ ਤੇ ਕਿਰਪਾ ਕਰੋ। ਕਰਨ ਕਰਾਮ ਨਹਾਰ ਪ੍ਰਭ ਸੋਏ। ਇਹ ਪ੍ਰਭੂ ਜੀ ਆਪ ਜੀ ਸਾਰੇ ਕੰਮਾਂ ਨੂੰ ਕਰਨ ਵਾਲੇ ਹੋ। ਕਾਰਨ ਕਰਤੇ ਵਸ ਹੈ, ਜਿਨਕਲ ਰੱਖੀ ਤਾਰ। ਸਾਰੀ ਜਿਹੜੀ ਸ਼ਕਤੀ ਉਸ ਕਰਤੇ ਦੇ ਹੱਥ ਵਿੱਚ ਹੈ, ਕਰਤੇ ਤੋਂ ਬਾਹਰ ਕੁਝ ਨਹੀਂ ਹੈ। ਮੂਰਖ ਮੁਗਧ ਅਗਿਆਨ ਅਵਿਚਾਰੀ। ਇਹ ਸੱਚੇ ਪਾਤਸ਼ਾਹ ਜਗਿਆਸੂ ਦੀ ਸਿੱਖ ਦੀ ਅਰਦਾਸ ਹੈ। ਮੈਂ ਤੇ ਮਹਾਰਾਜ ਮੂਰਖ ਹਾਂ, ਮੈਂ ਤੇ ਮੁਗਧ ਹਾਂ, ਅਗਿਆਨੀ ਹਾਂ,
ਅਵਿਚਾਰੀ ਮੈਨੂੰ ਕੋਈ ਆਪ ਜੀ ਦੀ ਵਿਚਾਰ ਨਹੀਂ ਆਉਂਦੀ ਹੈ। ਕੋਈ ਮਹਾਰਾਜ ਮੇਰੇ ਪਾਸ ਚੰਗੀ ਵਿਚਾਰ ਨਹੀਂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਨਾਮ ਤੇਰੇ ਕੀ ਆਸ ਮਨ ਧਾਰੀ। ਮੈਂ ਮੂਰਖ ਹਾਂ, ਮੁਗਧ ਹਾਂ। ਹਾਂ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ RAM ਰਾਜੇ। हे ਮਹਾਰਾਜ, ਅਸੀਂ ਮੂਰਖ ਹਾਂ ਪਰ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਾਂ। ਨਾਮ ਤੇਰੇ ਕੀ, ਤੁਹਾਡੇ ਨਾਮ ਦੀ ਆਸ ਇੱਛਾ ਨੂੰ ਮਨ ਧਾਰੀ, ਮਨ ਵਿੱਚ ਧਾਰਨ ਕੀਤਾ ਹੈ। ਤੁਹਾਡੇ ਨਾਮ ਦੀ ਮੇਰੇ ਹਿਰਦੇ ਅੰਦਰ ਆਸ ਹੈ। ਜਪ ਤਪ ਸੰਜਮ ਕਰਮ ਨਾ ਸਾਦਾ। ਫਿਰ ਬੇਨਤੀ ਕਰਦੇ ਨੇ, ਮਹਾਰਾਜ ਮੈਂ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਸੰਜਮ ਨਾਮ ਹੈ, ਇੰਦਰੀਆਂ ਦਾ ਦਮਨ ਨਹੀਂ ਕੀਤਾ। ਵਿਦਵਾਨ ਮਹਾਂਪੁਰਖ ਲਿਖਦੇ ਹਨ, ਸ਼ਮ ਦਮ ਸ਼ਰਧਾ ਤੀਸਰੀ, ਸਮਾਧਾਨ ਉਪਰਾਮ, ਛਟਿਤ ਤਿਖਿਆ ਜਾਨੀਐ ਭਿੰਨ ਭਿੰਨ ਜਿਹ ਨਾਮ। ਸਮ ਕਹਿੰਦੇ ਮਨ ਦੀਆਂ ਵਾਸ਼ਨਾਵਾਂ ਨੂੰ ਵਸੀਕਾਰ ਕਰ ਲੈਣਾ, ਮਨ ਦੀਆਂ ਵਾਸ਼ਨਾਵਾਂ ਖਤਮ ਕਰ ਲੈਣੀਆਂ। ਫਿਰ ਦਮ, ਇੰਦਰੀਆਂ ਦਾ ਦਮਨ ਕਰ ਲੈਣਾ। 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਸਮ ਦਮ ਸ਼ਰਧਾ, ਸ਼ਰਧਾ ਇੱਕ ਪਰਮਾਤਮਾ ਤੇ ਵੱਧ ਜਾਣੀ। ਸਮਾਧਾਨ, ਸਾਰੇ ਦੁਨੀਆ ਦੇ ਪਦਾਰਥਾਂ ਤੋਂ ਇਕਾਂਤ ਹੋ ਜਾਣਾ, ਇਕਾਗਰ ਹੋ ਜਾਣਾ। ਉਸ ਅਕਾਲ ਪੁਰਖ ਵਾਹਿਗੁਰੂ ਅੰਦਰ ਸ਼ਰਧਾ ਵੱਧ ਜਾਣੀ। ਇਹ ਹੁੰਦਾ ਹੈ ਸੰਜਮ। ਤੇ ਗਰੀਬ ਨਵਾਜ ਕਿਰਪਾ ਕਰਦੇ ਨੇ, ਨਾ ਹਉ ਜਤੀ ਸਤੀ ਨਹੀਂ ਪੜ੍ਹਿਆ। ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਮੈਂ ਬਹੁਤਾ ਪੜ੍ਹਿਆ ਹਾਂ। ਮੂਰਖ ਮੁਗਧਾ, ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਭਇਆ। ਮਹਾਰਾਜ ਮੈਂ ਮੂਰਖ ਹਾਂ, ਮੁਗਧ ਹਾਂ, ਜਨਮ ਹੋ ਗਿਆ ਹੈ। ਅੱਗੇ ਕਿਰਪਾ ਕਰਦੇ ਨੇ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵਿਸਰਿਆ। ਇਹ ਸੱਚੇ ਪਾਤਸ਼ਾਹ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਹਾਂ ਜਿਨ੍ਹਾਂ ਨੂੰ ਕਦੀ ਤੇਰਾ ਨਾਮ ਵਿਸਰਦਾ ਨਹੀਂ ਹੈ। ਤੇ ਮਹਾਰਾਜ ਸਿੱਖ ਦੀ ਬੇਨਤੀ ਹੈ, ਜਪ ਤਪ ਸੰਜਮ ਕਰਮ ਨਾ ਸਾਦਾ। ਮਹਾਰਾਜ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਇੰਦਰੀਆਂ ਦਾ ਦਮਨ ਨਹੀਂ, ਕੋਈ ਸ੍ਰੇਸ਼ਟ ਕਰਮ ਨਹੀਂ, ਨਾ ਸਾਦਾ ਮੈਂ ਕਰਨਾ ਨਹੀਂ ਕੀਤੇ। ਨਾਮ ਪ੍ਰਭੂ ਕਾ ਮਨ ਹੈ ਆਰਾਧਾ। ਪਰ हे ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦਾ ਨਾਮ ਜਿਹੜਾ ਹੈ, ਮਨ ਹੈ ਅਰਾਧਾ, ਮਨ ਅੰਦਰ ਅਰਾਧਨਾ ਕੀਤਾ ਹੈ, ਨਾਮ ਨੂੰ ਜਪਣਾ ਕੀਤਾ ਹੈ। ਕਿਛੂ ਨਾ ਜਾਣਾ ਮਤ ਮੇਰੀ ਥੋਰੀ। ਫਿਰ ਬੇਨਤੀ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਨਾਮ ਦੇ ਬਾਰੇ, ਵਡਿਆਈ ਦੇ ਬਾਰੇ ਨਹੀਂ ਪਤਾ ਹੈ। ਮੇਰੀ ਮਤ ਥੋਰੀ RAM। ਸੱਚੇ ਪਾਤਸ਼ਾਹ ਮੇਰੀ ਤੇ ਬੁੱਧੀ ਥੋੜੀ ਹੈ, ਤੁਹਾਡੀ ਵਡਿਆਈ ਬਹੁਤ ਵੱਡੀ ਹੈ। ਕਿਛੂ ਨਾ ਜਾਣਾ, ਤੁਹਾਡੀ ਵਡਿਆਈ ਬਾਰੇ ਮਹਾਰਾਜ ਮੈਂ ਥੋੜਾ ਜਿਹਾ ਵੀ ਨਹੀਂ ਜਾਣਦਾ। ਮਤ ਮੇਰੀ ਥੋੜੀ, ਮੇਰੀ ਤੇ ਬੁੱਧੀ ਬਹੁਤ ਥੋੜੀ ਹੈ। ਬਿਨਵਤ ਨਾਨਕ ਓਟ ਪ੍ਰਭ ਤੋਰੀ। ਪਰ ਸੱਚੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ। ਬਿਨਵੰਤ ਨਾਮ ਹੁੰਦਾ ਹੈ ਬੇਨਤੀ ਦਾ, ਅਰਜ਼ ਦਾ। ਮੇਰੀ ਬੇਨਤੀ ਹੈ, ਅਰਜ਼ ਹੈ, ਨਾਨਕ ਓਟ ਪ੍ਰਭ ਤੋਰੀ। ਮੈਨੂੰ ਤੁਹਾਡੀ ਆਸਰਾ ਹੈ, ਮੈਨੂੰ ਤੁਹਾਡੀ ਓਟ ਹੈ, ਮੈਨੂੰ ਹੋਰ ਕਿਸੇ ਦੀ ਮੁਤਾਜ਼ਗੀ ਨਹੀਂ, ਮੈਨੂੰ ਤੇਰਾ ਸਹਾਰਾ ਹੈ। ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ, ਰਖ ਲੇਵਹੁ ਦੀਨ ਦਿਆਲ ਪ੍ਰਮਤ ਬਹੁ ਹਾਰਿਆ। ਭਗਤ ਬਛਲ ਤੇਰਾ ਬਿਰਧ ਹੈ, ਹਰ ਪਤਤ ਉਧਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਸੱਚੇ ਪਾਤਸ਼ਾਹ ਮਹਾਰਾਜ ਮੇਰੇ ਤੇ ਕਿਰਪਾ ਕਰੋ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਪ ਜੀ ਤੇ ਓਟ ਹੈ, ਆਪ ਜੀ ਦਾ ਆਸਰਾ ਹੈ। ਆਸਾ ਮਹੱਲਾ ਪੰਜਵਾਂ। ਹਰ ਹਰ ਅੱਖਰ ਦੋਏ ਇਹ ਮਾਲਾ। ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ ਅੰਦਰ ਅਰਜ਼ ਕੀਤੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਤੇ ਮਹਾਰਾਜ ਰੁਦਰਾਖਰ ਦੀ ਮਾਲਾ ਫੇਰਦਾ ਹੈ, ਕੋਈ ਮਣਕਿਆਂ ਵਾਲੀ ਮਾਲਾ ਫੇਰਦਾ ਹੈ, ਕੋਈ ਮਹਾਰਾਜ ਉੱਨ ਦੀ ਮਾਲਾ ਫੇਰਦਾ ਹੈ। ਆਪ ਜੀ ਸਾਨੂੰ ਦੱਸੋ ਕਿ ਅਸੀਂ ਕਿਹੜੀ ਮਾਲਾ ਫੇਰੀਏ। ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ ਨਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੂ ਮਨ ਬਿਸਰਾਮ। ਇਹੀ ਪ੍ਰਸ਼ਨ ਕਬੀਰ ਸਾਹਿਬ ਨੂੰ ਪੁੱਛਿਆ। ਕਬੀਰ ਸਾਹਿਬ ਕਹਿੰਦੇ ਮੇਰੀ ਰਸਨਾ ਹੀ ਮਾਲਾ ਹੈ,
ਮੈਂ ਇਸ ਰਸਨਾ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹਾਂ। ਮੈਂ ਤੇ ਆਪਣੀ ਜੀਭਾ ਨੂੰ ਮਾਲਾ ਬਣਾਇਆ ਹੈ। ਸਿੱਖਾਂ ਦੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰਸਿੱਖੋ, ਹਰ ਜਿਹੜਾ ਹਰੀ ਹੈ, ਹਰ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ। ਅੱਖਰ ਨਾਮ ਇਹ ਜਿਹੜੇ ਵਰਨ ਹਨ, ਵਰਨ ਤੋਂ ਭਾਵ ਅੱਖਰ, ਦੋਏ ਨਾਮ ਦੋ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਮਾਲਾ, ਇਹਨੂੰ ਭਾਈ ਮਾਲਾ ਬਣਾਉਣਾ ਕਰੋ। ਭਾਵ ਸੱਚੇ ਨਾਮ ਨੂੰ, ਹਰੀ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਹੀ ਮਾਲਾ ਬਣਾਉਣਾ ਕਰੋ। ਇਹ ਗੁਰਸਿੱਖਾਂ ਦੀ ਸੱਚੀ ਮਾਲਾ ਹੈ। ਜਪਤ ਜਪਤ ਭਏ ਦੀਨ ਦਿਆਲਾ। ਫਿਰ ਕਹਿੰਦੇ ਇਸ ਮਾਲਾ ਨੂੰ ਜਪਣਾ ਕਰੋ, ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਜਪਦੇ ਜਪਦੇ ਦੀਨ, ਨਿਮਰਤਾ ਦੇ ਸਹਿਤ ਹੋ ਜਾਓ। ਤੇ ਜਿਨ੍ਹਾਂ ਦੇ ਵਿੱਚ ਨਿਮਰਤਾ ਹੁੰਦੀ ਹੈ, ਭਾਈ ਗੁਰਦਾਸ ਕਹਿੰਦੇ, ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ। ਗਰੀਬੀ ਨਾਮ ਹੈ ਨਿਮਰਤਾ ਦਾ। ਭਾਈ ਗੁਰਦਾਸ ਕਹਿੰਦੇ, ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਵਿੱਚ ਨਿਮਰਤਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਗਰੀਬੀ ਕਦਾ ਹਮਾਰੀ, ਖੰਨਾ ਸਗਲ ਰੇ ਨਿਸ਼ਾਰੀ। ਇੱਥੇ ਵੀ ਮਹਾਰਾਜ ਨੇ ਨਿਮਰਤਾ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ, ਗੁਰਸਿੱਖੋ, ਨਾਮ ਵੀ ਜਪੋ, ਭਏ ਦੀਨ ਦਿਆਲਾ, ਨਾਲ ਨਿਮਰਤਾ ਦੇ ਵਿੱਚ ਵੀ ਹੋਵੋ। ਕਰੋ ਬੇਨਤੀ ਸਤਿਗੁਰ ਆਪਣੀ। ਨਾਮ ਵੀ ਜਪਣਾ ਹੈ ਤੇ ਵਾਰ-ਵਾਰ ਆਪਣੇ ਗੁਰੂ ਦੇ ਚਰਨਾਂ ਅੰਦਰ ਬੇਨਤੀਆਂ ਕਰਨੀਆਂ ਨੇ, ਅਰਦਾਸਾਂ ਕਰਨੀਆਂ ਨੇ, ਜੋਦੜੀਆਂ ਕਰਨੀਆਂ ਹਨ। ਕਰ ਕਿਰਪਾ ਰਾਖੋ ਸਰਨਾਈ। ਹੇ ਪ੍ਰਭੂ, ਸਾਡੇ ਤੇ ਕਿਰਪਾ ਕਰ, ਰਹਿਮਤ ਕਰ, ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਵਿੱਚ ਰੱਖਣਾ ਕਰੋ। ਮੋਕਉ ਦੇਹੋ ਹਰੇ ਹਰ ਜਪਨੀ। ਆਪ ਜੀ ਮੇਰੇ ਤੇ ਐਸੀ ਕਿਰਪਾ ਕਰ ਦਿਓ ਕਿ ਮੈਨੂੰ ਹਰੀ ਆਪਣੇ ਨਾਮ ਜਪਣ ਦੀ ਦਾਤ ਜਿਹੜੀ ਹੈ ਬਖਸ਼ਿਸ਼ ਕਰ ਦਿਓ। ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਹਰ ਮਾਲਾ ਉਰੇ ਅੰਤਰ ਧਾਰੈ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਮਾਲਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ, ਵਸਾਉਣਾ ਕੀਤਾ ਹੈ, ਜਨਮ ਮਰਨ ਕਾ ਦੁਖ ਨਿਵਾਰੈ। ਉਹ ਆਪਣੇ ਜਨਮ ਅਤੇ ਮਰਨ ਦਾ, ਸਾਧ ਸੰਗਤ ਜੀ, ਜਿਹੜਾ ਵੱਡਾ ਦੁੱਖ ਹੈ ਉਹ ਦੂਰ ਕਰ ਲੈਂਦੇ ਹਨ, ਨਾਸ ਕਰ ਲੈਂਦੇ ਹਨ। ਹਿਰਦੈ ਸੰਭਾਲੇ ਮੁਖ ਹਰ ਹਰ ਬੋਲੇ। ਉਹ ਗੁਰਸਿੱਖ ਮਹਾਤਮਾ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਨੇ, ਆਪਣੇ ਮੁਖ ਤੋਂ ਹਰ ਹਰ ਬੋਲੇ, ਹਰੀ ਦੇ ਨਾਮ ਨੂੰ ਜਪਦੇ ਨੇ। ਉਹ ਤੇ ਆਖਦੇ ਨੇ, ਹਰ ਹਰ ਨਾਮ ਜਪੰਤਿਆ, ਕਛ ਨਾ ਕਹੈ ਜਮਕਾਲ। ਵਾਹਿਗੁਰੂ ਦੇ ਨਾਮ ਨੂੰ ਜਪਣ ਕਰਕੇ ਕਾਲ ਜਿਹੜਾ ਹੈ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ, ਚੌਪਈ ਸਾਹਿਬ। ਮਹਾਰਾਜ ਕਹਿੰਦੇ, ਏਕ ਬਾਰ ਜਿਨ ਤੁਮੈ ਸੰਭਾਰਾ, ਇੱਕ ਵਾਰ ਪਰਮਾਤਮਾ ਜਿਨ੍ਹਾਂ ਨੇ ਤੈਨੂੰ ਯਾਦ ਕੀਤਾ ਹੈ। ਕਾਲ ਫਾਂਸ ਤੇ ਤਾਹੇ ਉਬਾਰਾ, ਕਾਲ ਦੀ ਫਾਂਸ ਫਾਹੀ ਤੋਂ ਆਪ ਜੀ ਨੇ ਉਹਨਾਂ ਨੂੰ ਉਤਾਰ ਦਿੱਤਾ ਹੈ। ਦਾਰਦ ਦੁਸ਼ਟ ਦੋਖ ਤੇ ਰਹਾ, ਉਹਨਾਂ ਦੇ ਤਮਾਮ ਦੁੱਖ ਦਲਿੱਦਰ ਜਿਹੜੇ ਹਨ ਖਤਮ ਹੋ ਗਏ ਨੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਹਿਰਦੈ ਸੰਭਾਲੈ ਮੁਖ ਹਰ ਹਰ ਬੋਲੇ। ਹਿਰਦੇ ਵਿੱਚ ਵੀ ਰੱਖਦੇ ਨੇ ਸੰਭਾਲ ਕੇ, ਮੁਖ ਤੋਂ ਵੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਨੇ। ਜਿੰਨਾ ਸੁਣਦੇ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਸੁਣਦੇ ਹਨ। ਸੋ ਜਨ ਇਤ ਉਤ ਕਤਹਿ ਨਾ ਡੋਲੇ। ਐਸਾ ਜਿਹੜਾ ਪੁਰਸ਼ ਹੈ, ਨਾ ਤੇ ਇਸ ਲੋਕ ਦੇ ਅੰਦਰ, ਨਾ ਹੀ ਪਰਲੋਕ ਦੇ ਅੰਦਰ, ਕਦੀ ਵੀ ਕਹਿੰਦੇ ਡੋਲਦਾ ਨਹੀਂ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨਾ ਡੋਲੇ, ਜਿਸ ਰਾਖੈ ਸਿਰਜਨਹਾਰ। ਕਬੀਰ ਸਾਹਿਬ ਕਹਿੰਦੇ, ਨਾ ਤਾਂ ਇਸ ਲੋਕ ਦੇ ਅੰਦਰ ਡੋਲਦਾ ਹੈ, ਨਾ ਪਰਲੋਕ ਦੇ ਅੰਦਰ ਡੋਲਦਾ ਹੈ। ਜਿਹਦੀ ਰੱਖਿਆ ਸਿਰਜਨਹਾਰ ਪਰਮਾਤਮਾ ਆਪ ਕਰਦਾ ਹੈ। ਕਉ ਨਾਨਕ ਜੋ ਰਾਚੈ ਨਾਏ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਜਿਹੜੇ ਪ੍ਰਾਣੀ ਉਹਦੇ ਨਾਮ ਅੰਦਰ ਭਿੱਜ ਜਾਂਦੇ ਹਨ, ਜੁੜ ਜਾਂਦੇ ਹਨ, ਹਰ ਮਾਲਾ ਤਾਂ ਕੈ ਸੰਗ ਜਾਏ। ਉਹਨਾਂ ਦੇ ਨਾਲ ਫਿਰ ਜਿਹੜੀ ਨਾਮ ਰੂਪੀ ਮਾਲਾ ਆ ਨਾ, ਮਹਾਰਾਜ ਕਹਿੰਦੇ ਨਾਲ ਜਾਂਦੀ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਉਮਰ 11 ਸਾਲ ਦੀ ਹੋਈ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਰਸਮ ਜਿਹੜੀ ਉਹ ਸ਼ੁਰੂ ਕਰਨ ਲੱਗੇ ਹਨ। ਪੁਰੋਹਿਤ ਹਰਦਿਆਲ ਜੀ ਹੈ, ਸੱਚੇ ਪਾਤਸ਼ਾਹ ਕਹਿੰਦੇ, ਮੇਰੇ ਜਨੇਊ ਪਾਓ।
ਪਰ ਐਸਾ ਜਨੇਊ ਪਾਇਓ ਜਿਹੜਾ ਕਦੀ ਸੜੇ ਨਾ, ਕਦੀ ਟੁੱਟੇ ਨਾ। ਸੁਣ ਕੇ ਹੈਰਾਨ ਹੋ ਗਏ। ਮਹਾਰਾਜ ਕਹਿੰਦੇ ਤੁਸੀਂ ਜਨੇਊ ਪਾਉਂਦੇ ਹੋ, ਬੱਕਰੇ ਵੜਦੇ ਹੋ, ਮਾੜੇ ਕਰਮ ਕਰਦੇ ਹੋ ਤੇ ਸੂਤ ਦਾ ਧਾਗਾ ਲੈ ਕੇ ਪਾਉਂਦੇ ਹੋ, ਬੰਦਾ ਮਰ ਜਾਂਦਾ ਹੈ, ਸੜ ਕੇ ਸਵਾਹ ਹੋ ਜਾਂਦਾ ਹੈ। ਗਰੀਬ ਨਵਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾਹੀ ਤਾਂ ਪਾਂਦੇ ਕਤ। ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੇ ਨਾ ਜਾਏ। ਅੱਗੇ ਬਚਨ ਉਚਾਰੇ ਧੰਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਜਿਨ੍ਹਾਂ ਮਨੁੱਖਾਂ ਨੇ ਨਾਮ ਰੂਪੀ ਜਨੇਊ ਨੂੰ ਪਾਇਆ ਹੈ। ਇੱਥੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਹਿਰਦੇ ਰੂਪੀ ਕੰਠ ਦੇ ਅੰਦਰ ਨਾਮ ਰੂਪੀ ਮਾਲਾ ਨੂੰ ਪਾਇਆ ਹੈ, ਉਹਨਾਂ ਦੇ ਨਾਲ ਜਾਂਦੀ ਹੈ ਨਾਮ ਰੂਪੀ ਮਾਲਾ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ। ਜਿਸ ਕਾ ਸਭ ਕਿਛ ਤਿਸ ਕਾ ਹੋਏ। ਮਹਾਰਾਜ ਕਹਿੰਦੇ ਭਾਈ ਸਾਰਾ ਕੁਝ ਉਸ ਪਰਮਾਤਮਾ ਦਾ ਹੈ। ਸਾਰੀ ਖਲਕਤ, ਸਾਰੇ ਜੀਵ, ਸਾਰੇ ਪਦਾਰਥ ਉਸ ਵਾਹਿਗੁਰੂ ਜੀ ਦੇ ਹਨ। ਤਿਸ ਜਨ ਲੇਪ ਨਾ ਵਿਆਪੈ ਕੋਏ। ਜਿਸ ਪ੍ਰਾਣੀ ਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਹਿ ਮੇਰਾ। ਇਹ ਪ੍ਰਮਾਤਮਾ, ਇਹ ਸਰੀਰ ਵੀ ਤੁਹਾਡਾ ਹੈ। ਜੇ ਮੈਂ ਭਗਤੀ ਕਰਦਾ ਹਾਂ, ਇਹ ਵੀ ਤੁਹਾਡੀ ਕਰਦਾ ਹਾਂ। ਸੱਚੇ ਪਾਤਸ਼ਾਹ ਕਹਿੰਦੇ ਭਾਈ ਤਿਸ ਜਨ ਲੇਪ ਨਾ ਵਿਆਪੈ ਕੋਏ। ਉਸ ਪ੍ਰਾਣੀ ਨੂੰ ਕਿਸੇ ਪ੍ਰਕਾਰ ਦੀ ਕੋਈ ਲੇਪ ਜਿਹੜੀ ਹੈ ਮਾਇਆ ਦੀ ਨਹੀਂ ਲੱਗਦੀ ਹੈ। ਹਰ ਕਾ ਸੇਵਕ ਸਦ ਹੀ ਮੁਕਤਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰੱਬ ਦਾ ਪਿਆਰਾ ਜਿਹੜਾ ਹੈ, ਹਰੀ ਦਾ ਸੇਵਕ ਜਿਹੜਾ ਹੈ ਭਾਈ, ਉਹ ਸਦਾ ਹੀ ਮੁਕਤ ਹੈ। ਆਪ ਵੀ ਮੁਕਤ ਹੈ, ਹੋਰਾਂ ਨੂੰ ਮੁਕਤ ਕਰਾਉਂਦਾ ਹੈ। ਤੇ ਗਰੀਬ ਨਵਾਜ ਕਹਿੰਦੇ ਨੇ ਆਪ ਮੁਕਤ, ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਪ੍ਰਾਣੀ ਨੂੰ, ਐਸੇ ਮਹਾਂਪੁਰਖ ਨੂੰ ਸਾਡੀ ਹਮੇਸ਼ਾ ਨਮਸਕਾਰ ਹੈ। ਜੋ ਕਿਛ ਕਰੈ ਸੋਈ ਭਲ ਜਨ ਕੈ। ਜੋ ਵੀ ਕਹਿੰਦੇ ਉਹ ਕਰਦੇ ਨੇ, ਰੱਬ ਦੇ ਪਿਆਰੇ ਭਲਾ ਜਾਣ ਕੇ ਕਰਦੇ ਨੇ। ਅਤ ਨਿਰਮਲ ਦਾਸ ਕੀ ਜੁਗਤਾ। ਗਰੀਬ ਨਵਾਜ ਕਹਿੰਦੇ ਫਿਰ ਉਹਨਾਂ ਰੱਬ ਦੇ ਪਿਆਰਿਆਂ ਦੀ ਜਿਹੜੀ ਜੁਗਤੀ ਹੈ ਉਹ ਬੜੀ ਉਜਲ ਹੈ, ਨਿਰਮਲ ਹੈ। ਉਹਨਾਂ ਦੀ ਜਿਹੜੀ ਕਰਨੀ ਹੈ ਉਹ ਵੀ ਭਾਈ ਬੜੀ ਉਜਲ ਹੈ। ਜਾਸ ਜਪਤ ਹਰ ਹੋਵੇ ਸਾਧ। ਵਿਦਵਾਨ ਕਹਿੰਦੇ ਨੇ ਸਾਧ ਵਹੀ ਜਗ ਜਾਣੀਐ ਜਹ ਨਹੀਂ ਉਪਾਦ ਮਨ। ਅਸਲ ਸਾਧੂ ਉਹ ਹੈ ਜਿਹਦੇ ਮਨ ਅੰਦਰ ਕੋਈ ਉਪਾਧੀ ਨਹੀਂ ਹੈ, ਕੋਈ ਦਵੈਸ਼ ਨਹੀਂ ਹੈ, ਈਰਖਾ ਨਹੀਂ ਹੈ। ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਸਗਲ ਤਿਆਗ ਹਰ ਸਰਣੀ ਆਇਆ। ਗੁਰੂ ਕਾ ਸਿੱਖ ਬੇਨਤੀ ਕਰਦਾ ਹੈ ਮਹਾਰਾਜ ਮੈਂ ਸਭ ਕੁਝ ਛੱਡ ਕਰਕੇ, ਤਿਆਗ ਕਰਕੇ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ। ਤਿਸ ਜਨ ਕਹਾਂ ਵਿਆਪੈ ਮਾਇਆ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜੇ ਸਿੱਖ ਅੰਦਰ ਇਹੋ ਜੀ ਭਾਵਨਾ ਹੈ, ਉਹਨੂੰ ਸੰਸਾਰ ਦੀ ਮਾਇਆ ਜਿਹੜੀ ਹੈ ਛੂ ਨਹੀਂ ਸਕਦੀ ਹੈ। ਨਾਮ ਨਿਧਾਨ ਜਾਂ ਕੇ ਮਨ ਮਾਹੇ। ਜਿਸ ਗੁਰੂ ਕੇ ਸਿੱਖ ਦੇ ਮਨ ਅੰਦਰ ਨਾਮ ਦਾ ਖਜ਼ਾਨਾ ਹੈ, ਨਾਮ ਦੀਆਂ ਬਰਕਤਾਂ ਹਨ, ਕਿਸ ਕੋ ਚਿੰਤਾ ਸੁਪਨੈ ਨਾਹੀਂ। ਉਹਨਾਂ ਗੁਰਸਿੱਖਾਂ ਨੂੰ ਭਾਈ ਸੁਪਨੇ ਅੰਦਰ ਵੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਉਹਨਾਂ ਦੇ ਪਾਸ ਤਮਾਮ ਸ਼ਕਤੀਆਂ ਦੇਣ ਵਾਲਾ, ਸਰੀਰ ਨੂੰ ਬਲ ਦੇਣ ਵਾਲਾ, ਸਰੀਰ ਨੂੰ ਸੁੱਖ ਦੇਣ ਵਾਲਾ, ਆਤਮਿਕ ਸ਼ਾਂਤੀ ਤੇ ਆਨੰਦ ਦੇਣ ਵਾਲਾ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਹੈ। ਕਹੋ ਨਾਨਕ ਗੁਰ ਪੂਰਾ ਪਾਇਆ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਨੂੰ ਪੂਰਾ ਗੁਰੂ ਮਿਲ ਗਿਆ ਹੈ। ਉਹ ਤੇ ਆਖਦੇ ਨੇ ਭਾਈ ਹੁਣ ਤੇ ਸਾਨੂੰ ਐਸਾ ਗੁਰੂ ਮਿਲ ਗਿਆ ਹੈ ਜਿਹਦੇ ਦਰਸ਼ਨਾਂ ਦੇ ਵਿੱਚ ਆਨੰਦ ਹੈ, ਜਿਹਦੀ ਸਿੱਖਿਆ ਦੇ ਵਿੱਚ ਆਨੰਦ ਹੈ, ਜਿਹਦੇ ਉਪਦੇਸ਼ ਦੇ ਅੰਦਰ ਆਨੰਦ ਹੈ, ਖੇੜਾ ਹੈ। ਭਰਮ ਮੋਹ ਸਗਲ ਬਿਨਸਾਇਆ। ਹੁਣ ਤੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ 5 ਪ੍ਰਕਾਰ ਦੇ ਭਰਮ ਸੀ ਉਹ ਵੀ ਖਤਮ ਹੋ ਗਏ। ਦੁਨੀਆ ਦੇ ਪਦਾਰਥਾਂ ਦਾ ਜਿਹੜਾ ਮੋਹ ਸੀ, ਮੇਰ ਸੀ, ਤੇਰ ਸੀ, ਉਹ ਵੀ ਖਤਮ ਹੋ ਗਈ। ਆਸਾ ਮਹੱਲਾ ਪੰਜਵਾਂ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ। ਆਸਾ ਰਾਗ ਅੰਦਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਦੇ ਉੱਪਰ ਮੇਰੇ ਮਾਲਕ ਪ੍ਰਭੂ ਜੀ ਪ੍ਰਸੰਨ ਹੁੰਦੇ ਹਨ, ਖੁਸ਼ ਹੋ ਜਾਂਦੇ ਹਨ। ਤਾਂ ਦੋਗ ਭਰਮ ਕਹੋ ਕੈਸੇ ਨੇਰਾ। ਸੱਚੇ ਪਾਤਸ਼ਾਹ ਕਹਿੰਦੇ ਉਸ ਸੁੱਖ ਦੇ ਪਾਸ ਕਦੀ ਦੁੱਖ ਨਹੀਂ ਆਉਂਦਾ। ਜਿੱਥੇ ਗੁਰੂ ਟੁੱਟ ਪੈਂਦੇ ਨੇ, ਪ੍ਰਸੰਨ ਹੋ ਜਾਂਦੇ ਨੇ। ਇਕੱਲਾ ਦੁੱਖ ਨਹੀਂ, ਭਰਮ, ਕਿਸੇ ਪ੍ਰਕਾਰ ਦਾ ਭਰਮ ਜਿਹੜਾ ਹੈ
ਕਹੋ ਕਹਿਣਾ ਕਰੋ ਕੈਸੇ ਨੇਰਾ। ਫਿਰ ਉਹ ਸਿੱਖ ਦੇ ਪਾਸ ਕੋਈ ਦੁੱਖ ਕੋਈ ਭਰਮ ਕੋਈ ਵਹਿਮ ਨੇੜੇ ਨਹੀਂ ਆਉਂਦਾ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਉਹ ਤੇ ਆਖਦੇ ਨੇ ਪ੍ਰਮਾਤਮਾ ਸੋਏ ਨਾਮ ਹੈ ਸੋਭਾ ਦਾ। ਅਸੀਂ ਤੇ ਆਪ ਜੀ ਦੀ ਸੋਭਾ ਨੂੰ ਆਪ ਜੀ ਦੀ ਵਡਿਆਈ ਨੂੰ ਸੁਣ ਸੁਣ ਕਰਕੇ ਹੀ ਚਾਹੁੰਦਾ ਹਾਂ। ਮੈਂ ਸੋਭਾ ਸੁਣ ਕੇ ਆਇਆ, ਅਸੀਂ ਤੇ ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਨੂੰ ਸੁਣ ਕੇ ਆਏ ਹਾਂ। ਮੋਹਿ ਨਿਰਗੁਣ ਤੁਮ ਲਿਹੋ ਉਧਾਰੀ। ਇਹ ਸੱਚੇ ਪਾਤਸ਼ਾਹ ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਆਪ ਜੀ ਮੇਰੇ ਤੇ ਕਿਰਪਾ ਕਰੋ, ਲੇਹੋ ਉਧਾਰੀ, ਮੈਨੂੰ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਦੇਣਾ ਕਰੋ। ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮਿਟ ਗਿਆ ਦੁਖ ਬਿਸਾਰੀ ਚਿੰਤਾ। ਇਹ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸਾਰਾ ਜਿਹੜਾ ਦੁੱਖ ਹੈ ਮੇਰਾ ਮਿਟ ਗਿਆ ਹੈ। ਤਮਾਮ ਜਿਹੜੀ ਚਿੰਤਾ ਹੈ ਉਹ ਵੀ ਵਿਸਰ ਗਈ ਹੈ। ਸਾਰੇ ਦੁੱਖ ਜਿਹੜੇ ਹਨ ਮਹਾਰਾਜ ਤੁਹਾਡੀ ਕਿਰਪਾ ਨਾਲ ਖਤਮ ਹੋ ਗਏ। ਫਲ ਪਾਇਆ ਜਪ ਸਤਿਗੁਰ ਮੰਤਾ। ਇਹ ਸੱਚੇ ਪਾਤਸ਼ਾਹ ਤੇ ਤੁਹਾਡੀ ਕਿਰਪਾ ਦੇ ਨਾਲ ਜਦੋਂ ਤੁਹਾਡੇ ਮੰਤਰ ਨੂੰ ਜਪਣਾ ਕੀਤਾ, ਫਿਰ ਮਹਾਰਾਜ ਮੈਨੂੰ ਇਹ ਫਲ ਮਿਲਣਾ ਕੀਤਾ ਹੈ। ਸਾਰੇ ਦੁੱਖ ਸਾਰੇ ਵਿਘਨ ਸਾਰੇ ਪਾਪ ਮੇਰੇ ਖਤਮ ਹੋ ਗਏ। ਸੋਈ ਸਤ ਸਤ ਹੈ ਸੋਏ। ਗਰੀਬ ਨਵਾਜ ਕਹਿੰਦੇ ਭਾਈਓ, ਅਕਾਲ ਪੁਰਖ ਵਾਹਿਗੁਰੂ ਜਿਹੜੇ ਹਨ ਪਹਿਲਾਂ ਵੀ ਸੱਚੇ ਹਨ, ਹੁਣ ਵੀ ਸੱਚੇ ਹਨ, ਆਉਣ ਵਾਲੇ ਸਮੇਂ ਅੰਦਰ ਵੀ ਸੱਚੇ ਹਨ। ਜਿਸ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਸ ਨੂੰ ਮਹਾਰਾਜ ਕਹਿੰਦੇ ਨੇ ਆਦਿ ਸੱਤੇ ਪ੍ਰਤੱਖ ਸੱਤੇ, ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਹੈ, ਜੁਗਾਦ ਸੱਤੇ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਸੋਈ ਸਤ ਸਤ ਹੈ ਸੋਏ। ਉਹ ਪਰਮਾਤਮਾ ਸੱਚਾ ਹੈ ਤੇ ਹਮੇਸ਼ਾ ਸੱਚਾ ਰਹੇਗਾ। ਸਿਮਰ ਸਿਮਰ ਰਖ ਕੰਠ ਪਰੋਏ। ਐਸੇ ਪਰਮਾਤਮਾ ਨੂੰ ਸਿਮਰਨ ਕਰ, ਉਹਨੂੰ ਚੇਤੇ ਕਰ, ਆਪਣੇ ਕੰਠ ਕਲੇ ਦੇ ਅੰਦਰ ਪਰੋਏ ਨਾਮ, ਉਹਦੇ ਨਾਮ ਨੂੰ ਪਰੋਣਾ ਕਰ। ਕਹੋ ਨਾਨਕ ਕੌਣ ਉਹ ਕਰਮਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਉਸ ਵਾਹਿਗੁਰੂ ਦੇ ਕਰਮਾਂ ਨਾਮ ਜਿਹੜੀ ਕਿਰਪਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਹ ਕਿਹੜੇ ਕਰਮ ਹਨ ਜਿਨ੍ਹਾਂ ਕਰਮਾਂ ਕਰਕੇ ਵਾਹਿਗੁਰੂ ਦੀ ਇਬਾਦਤ ਹੁੰਦੀ ਹੈ। ਜਾਂ ਕੈ ਮਨ ਵਸਿਆ ਹਰ ਨਾਮਾ। ਜਾਂ ਇਸ ਤਰ੍ਹਾਂ ਕਹਿ ਲਈਏ ਸੱਚੇ ਪਾਤਸ਼ਾਹ ਮਹਾਰਾਜ ਉਹ ਕਿਹੜੇ ਕਰਤੱਵ ਹਨ ਜਿਸ ਕਰਤੱਵ ਦੇ ਨਾਲ ਜਾ ਕੇ ਮਨ, ਜਿਸ ਕਰਕੇ ਮਨ ਦੇ ਵਿੱਚ ਵਸਿਆ ਹਰਨਾਮਾ, ਹਰੀ ਦਾ ਨਾਮ ਵਸ ਜਾਵੇ। ਉਹ ਸਾਡੇ ਤੇ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਜੋ ਪੜ੍ਹਿਆ ਜੋ ਸੁਣਿਆ ਮਹਾਰਾਜ ਕਮਾਉਣ ਦੀ ਦਾਤ ਬਖਸ਼ਿਸ਼ ਕਰਨ। ਸਾਰੀ ਸੰਗਤ ਦਾ ਧੰਨਵਾਦ। ਹੈੱਡ ਗ੍ਰੰਥੀ ਗਿਆਨੀ ਮਹਿਤਾਬ ਸਿੰਘ ਜੀ ਦਾ ਧੰਨਵਾਦ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਰਾਗੀ ਭਾਈ ਬਲਿਹਾਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਪਹੁੰਚ ਚੁੱਕੇ ਹਨ। ਆਓ ਉਹਨਾਂ ਦੇ ਪਾਸੋਂ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰੀਏ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕਹੋ ਨਾਨਕ ਕੌਣ ਉਹ ਕਰਮਾ। ਜਾਂ ਕੈ ਮਨ ਵਸਿਆ ਹਰ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।